ਸਵਾਗਤ ਹੈ ਜੀ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ। ਅੱਜ ਦੀ ਵਿਚਾਰ ਚਰਚਾ ਦੇ ਵਿੱਚ ਜੀਐਸਟੀ ਦੇ ਮੁੱਦੇ ਤੇ ਅਸੀਂ ਚਰਚਾ ਕਰਨ ਲਈ ਅੱਜ ਇੱਕ ਪੈਨਲ ਦੇ ਰੂਪ ਵਿੱਚ ਦਰਸ਼ਕਾਂ ਦੇ ਸਾਹਮਣੇ ਆ, ਕਿਉਂਕਿ ਹੁਣ ਵੀ ਜਿਹੜੀ ਲੇਟੈਸਟ ਮੀਟਿੰਗ ਹੋਈ ਹੈ ਉਸ ਦੇ ਵਿੱਚ ਵੀ ਕੇਂਦਰ ਅਤੇ ਰਾਜਾਂ ਵਿੱਚ ਟੈਕਸ ਦੀਆਂ ਦਰਾਂ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ। ਉਸ ਦੇ ਵਿੱਚ ਕਈ ਸਾਰੇ ਪੇਚ ਹਾਲੇ ਵੀ ਫਸੇ ਹੋਏ ਨੇ, ਜਾਂ ਕਹੀਏ ਕਿ ਹਾਲੇ ਕਾਫੀ ਚੁਣੌਤੀਆਂ ਨੇ ਜੀਐਸਟੀ ਨੂੰ ਇਹ ਲੰਬੀ ਯਾਤਰਾ ਤੈਅ ਕਰਨ ਦੇ ਵਿੱਚ। ਕੀ ਉਸਦੇ ਮਾਪਦੰਡ ਜਿਹੜੇ ਆ ਹੋਣੇ ਚਾਹੀਦੇ ਨੇ, ਜਾਂ ਕਿਹੜੀਆਂ ਚੀਜ਼ਾਂ ਤੇ ਡਿਸਕਸ਼ਨ ਹੋਈ ਹੈ ਜਿਹਦੇ ਤੇ ਲੱਗਦਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਆਖਰੀ ਫੈਸਲਾ ਹੋ ਸਕਦਾ ਹੈ। ਵੱਖ-ਵੱਖ ਐਕਸਪਰਟ ਸਾਡੇ ਨਾਲ ਨੇ, ਪਹਿਲਾਂ ਵੀ ਅਸੀਂ ਕਈ ਵਾਰ ਇਸ ਤੇ ਚਰਚਾ ਕਰ ਚੁੱਕੇ ਹਾਂ ਔਰ ਅੱਜ ਇੱਕ ਵਾਰ ਫਿਰ ਸਾਡੀ ਕੋਸ਼ਿਸ਼ ਰਹੇਗੀ ਕਿ ਇਸ ਮੁੱਦੇ ਨੂੰ ਥੋੜਾ ਜਿਹਾ ਵਿਸਤਾਰ ਦੇ ਨਾਲ ਵਿਚਾਰਿਆ ਜਾ ਸਕੇ। ਵਿਨੋਦ ਵਸ਼ਿਸ਼ਟ ਸਾਹਿਬ ਸਾਡੇ ਨਾਲ ਟੈਕਸ ਐਕਸਪਰਟ ਨੇ, ਵਿਸ਼ੇਸ਼ ਤੌਰ ਤੇ ਸ਼ਾਮਿਲ ਨੇ। ਭਵਮੀਤ ਸਿੰਘ ਮਾਰਕੀਟ ਐਕਸਪਰਟ ਨੇ, ਇਹ ਸਾਡੇ ਨਾਲ ਨੇ, ਪਹਿਲਾਂ ਵੀ ਚਰਚਾਵਾਂ 'ਚ ਹਿੱਸਾ ਲੈਂਦੇ ਨੇ। ਚਮਨ ਲਾਲ ਸ਼ਰਮਾ ਜੀ ਸੀਨੀਅਰ ਐਡਵੋਕੇਟ ਨੇ, ਟੈਕਸ ਲਾਇਰ ਨੇ, ਇਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਬੁਲਾਇਆ। ਔਰ ਵਿਨੀਤ ਜੋਸ਼ੀ ਜੀ ਬੀਜੇਪੀ ਤੋਂ ਸਾਡੇ ਨਾਲ ਨੇ। ਸ਼ੁਰੂਆਤ ਮੈਂ ਵਸ਼ਿਸ਼ਟ ਸਾਹਿਬ ਤੁਹਾਡੇ ਤੋਂ ਹੀ ਕਰੂੰਗਾ ਕਿ ਹੁਣ ਦੀ ਜਿਹੜੀ ਆਖਰੀ ਮੀਟਿੰਗ ਹੈ, ਲਗਭਗ ਐਂ ਲੱਗਦਾ ਸੀਗਾ ਕਿ ਸਹਿਮਤੀ ਬਣ ਜਾਏਗੀ, ਬਟ ਫਿਰ ਲੱਗਦਾ ਕਿ ਕਿਤੇ ਨਾ ਕਿਤੇ ਪੇਚ ਫਸਿਆ ਹੋਇਆ। ਸੋ ਤੁਸੀਂ ਇਸ ਨੂੰ ਕਿਵੇਂ ਅਸੈਸ ਕਰਦੇ ਹੋ ਕਿ 3 ਦਿਨਾਂ ਦੀ ਮੀਟਿੰਗ 2 ਦਿਨਾਂ 'ਚ ਖਤਮ ਹੋ ਗਈ, ਕਿ ਬਚਣ ਲਈ ਕੀਤਾ ਜਾਂ ਮਟੀਰੀਅਲ ਨਹੀਂ ਸੀ? ਨਹੀਂ, ਪਹਿਲੀ ਗੱਲ ਤਾਂ ਜਿੱਥੇ ਤੁਸੀਂ ਕਿ ਪੇਚ ਫਸਿਆ, ਪੇਚ ਕੋਈ ਨਹੀਂ ਫਸਿਆ ਹੋਇਆ। ਹੁਣ ਸਭ ਤੋਂ ਵੱਡੀ ਗੱਲ ਤਾਂ ਅਸੀਂ 2006 ਤੋਂ ਜਿਹੜੀ ਟਰਾਈ ਕਰ ਰਹੇ ਸੀ ਜੀਐਸਟੀ ਆਵੇ ਭਾਰਤ ਦੇ ਵਿੱਚ, ਉਹ 2016 ਦੇ ਵਿੱਚ ਜਾ ਕੇ ਸਾਡੀ ਉਹ ਜਿਹੜੀ ਜਰਨੀ ਸੀਗੀ ਉਹ ਪੂਰੀ ਸਫਲਤਾ ਨਾਲ ਖਤਮ ਹੋ ਗਈ ਹੈ। ਓਕੇ। ਤੇ 8 ਸਤੰਬਰ ਨੂੰ ਜਦੋਂ ਕਿ ਆਪਣਾ 101ਵਾਂ ਅਮੈਂਡਮੈਂਟ, ਕਨਸਟੀਟਿਊਸ਼ਨ ਅਮੈਂਡਮੈਂਟ ਬਿੱਲ ਅਸੀਂ ਐਕਟ ਦੇ ਰੂਪ ਵਿੱਚ ਪਾਸ ਕਰ ਲਿਆ, ਆ ਗਿਆ। ਠੀਕ ਹੈ। ਤੇ ਇਹ ਜਿਹੜੀ ਉਸ ਤੋਂ ਬਾਅਦ 8 ਸਤੰਬਰ ਨੂੰ ਸਾਡਾ ਕਨਸਟੀਟਿਊਸ਼ਨ ਦੇ ਵਿੱਚ ਸੰਸ਼ੋਧਨ ਹੋਇਆ। ਉਹ ਸੰਸ਼ੋਧਨ ਕਿਉਂ ਕਰਨਾ ਪਿਆ? ਕਿਉਂਕਿ ਉਸ ਤੋਂ ਪਹਿਲਾਂ ਸਟੇਟਾਂ ਕੋਲ ਤੇ ਸੈਂਟਰ ਕੋਲ ਵੱਖਰੀ ਪਾਵਰ ਸੀਗੀ ਟੈਕਸ ਲਾਉਣ ਦੇ ਉੱਪਰ। ਠੀਕ ਹੈ। ਸਟੇਟਾਂ ਗੁਡਸ ਤੇ ਲਾ ਸਕਦੀਆਂ ਸੀਗੀਆਂ, ਸੈਂਟਰ ਮੈਨੂਫੈਕਚਰਿੰਗ ਤੇ ਲਾ ਸਕਦੀਆਂ ਸੀਗੀਆਂ, ਸੈਂਟਰ ਸਰਵਿਸ ਟੈਕਸ ਤੇ ਲਾ ਸਕਦੀਆਂ ਸੀਗੀਆਂ। ਠੀਕ ਹੈ। ਤੇ ਆਪਾਂ ਗੱਲ ਕਰਦੇ ਪਏ ਸੀਗੇ ਕਿ ਇੱਕ ਪ੍ਰਣਾਲੀ ਦਾ ਟੈਕਸ ਆ ਜਾਵੇ, ਜੀਐਸਟੀ ਗੁਡਸ ਔਰ ਸਰਵਿਸ ਦੋਨਾਂ ਦੇ ਟੈਕਸ ਲੱਗੇ, ਤੇ ਉਹਨੂੰ ਕਰਨ ਵਾਸਤੇ ਸਾਨੂੰ ਕਨਸਟੀਟਿਊਸ਼ਨ ਨੂੰ ਅਮੈਂਡ ਕਰਨਾ ਬੜਾ ਜ਼ਰੂਰੀ ਸੀਗਾ। ਠੀਕ ਹੈ। ਉਹ ਆਪਣੀ ਇਸ ਦੌਰਾਨ, ਇਸ ਰਸਤੇ ਦੇ ਦੌਰਾਨ ਉਹ ਜਾ ਕੇ ਸਫਲਤਾ ਨਾਲ ਪਾਸ ਹੋ ਗਿਆ। ਸਟੇਟਸ ਨੇ ਵੀ ਆਲਮੋਸਟ ਕਰਤਾ ਹੈ। ਹਾਂ, 19 ਸਟੇਟਾਂ ਨੇ ਰੈਟੀਫਾਈ ਵੀ ਕਰਤਾ ਜਿਹੜੀ ਜ਼ਰੂਰੀ ਸੀ ਬਿੱਲ ਹੋਣ ਤੋਂ ਬਾਅਦ, ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਨੇ ਆਪਣਾ ਅਸੈਂਟ ਦੇ ਦਿੱਤਾ 8 ਸਤੰਬਰ ਨੂੰ। ਠੀਕ ਹੈ। ਤੇ 12 ਸਤੰਬਰ ਨੂੰ ਪ੍ਰੈਜ਼ੀਡੈਂਟ ਦੇ ਕੋਲੋਂ ਨੋਟੀਫਿਕੇਸ਼ਨ ਵੀ ਹੋ ਗਈ, ਜਿਹੜੀ ਕਿ ਅੱਗੇ ਜੋ ਕਰਨਾ ਸੀਗਾ ਜੀਐਸਟੀ ਨੂੰ ਇੰਪਲੀਮੈਂਟ ਕਰਨ ਵਾਸਤੇ, ਜੋ ਅੱਗੇ ਕਾਰਵਾਈ ਕਰਨੀ ਹੈ ਉਹਦੇ ਵਾਸਤੇ ਜਿਹੜੀ ਕਮੇਟੀ ਬਣਾਈ ਹੋਈ ਹੈ, ਜਿਹਨੂੰ ਅਸੀਂ ਜੀਐਸਟੀ ਕਾਉਂਸਲ ਕਹਿੰਦੇ ਹਾਂ, ਜਿਹਦੇ ਵਿੱਚ ਚੇਅਰਮੈਨ ਨੇ ਆਪਣੇ ਫਾਈਨਾਂਸ ਮਿਨਿਸਟਰ ਆਫ ਇੰਡੀਆ, ਜਿਹਦੇ ਮੈਂਬਰ ਨੇ ਰੈਵਨਿਊ ਮਿਨਿਸਟਰ ਆਫ ਸੈਂਟਰ ਵੱਲੋਂ, ਪਲੱਸ ਫਾਈਨਾਂਸ ਮਿਨਿਸਟਰਸ ਆਫ ਸਾਰੀਆਂ ਸਟੇਟਾਂ ਦੇ ਵੀ ਇਹਦੇ ਮੈਂਬਰ ਨੇ। ਇਹਨਾਂ ਨੂੰ ਮਿਲਾ ਕੇ ਕਮੇਟੀ ਬਣੀ ਹੈ, ਜਿਨ੍ਹਾਂ ਨੇ ਅੱਗੇ ਡਿਸਾਈਡ ਕਰਨਾ ਰੂਲ ਕੀ ਹੋਣਗੇ, ਐਕਟ ਕੀ ਹੋਏਗਾ, ਰੇਟ ਕੀ ਹੋਏਗਾ, ਐਗਜ਼ੈਂਪਸ਼ਨ ਕੀ ਹੋਏਗਾ, ਰਿਫੰਡ, ਸਾਰੀਆਂ ਚੀਜ਼ਾਂ ਨੂੰ ਪੇਸ਼ ਕਰਨ ਵਾਸਤੇ। ਤੇ ਉਹ 12 ਤਰੀਕ ਨੂੰ ਸਤੰਬਰ ਦੀ ਨੂੰ ਪ੍ਰੈਜ਼ੀਡੈਂਟ ਨੇ ਇੱਕ ਕਮੇਟੀ ਬਣਾ ਦਿੱਤੀ, ਤੇ 15 ਤਰੀਕ ਨੂੰ ਇਹ ਕਮੇਟੀ ਅੱਗੇ ਨੋਟੀਫਾਈ ਵੀ ਹੋਗੀ, ਤੇ ਅਗਲੀ ਹਫਤੇ ਇਹਨਾਂ ਨੇ ਪਹਿਲੀ ਮੀਟਿੰਗ ਆਪਣੀ ਕਰ ਲਈ 22 ਸਤੰਬਰ ਨੂੰ ਜੀਐਸਟੀ ਕਾਉਂਸਲ ਦੀ ਮੀਟਿੰਗ ਹੋਈ। ਉਹ ਪਹਿਲੀ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੇ ਮੇਨ ਆਪਣਾ ਕਿ ਅੱਗੇ ਜਿੱਦਾਂ ਆਪਣਾ ਕੀ ਰੂਲਸ ਆਫ ਬਿਜ਼ਨਸ ਨੇ, ਕਿੱਦਾਂ ਆਪਣਾ ਚੱਲਣਾ, ਉਹ ਡਿਸਾਈਡ ਕੀਤੀਆਂ। ਪਲੱਸ ਮੇਨ ਜੋ 3-4 ਦਿਨਾਂ ਦੇ ਕ੍ਰਿਟੀਕਲ ਇਸ਼ੂਜ਼ ਨੇ, ਇੱਕ ਹੈਗਾ ਟੈਕਸ ਐਡਮਿਨਿਸਟ੍ਰੇਸ਼ਨ ਦਾ। ਓਕੇ। ਹੁਣ ਕਿਉਂਕਿ 2 ਜਾਣੇ ਪਹਿਲਾਂ ਟੈਕਸ ਐਡਮਿਨਿਸਟ੍ਰੇਟਰ ਸੀਗੇ, ਸੈਂਟਰ ਵੀ ਸਟੇਟ ਸੀ, ਅੱਗੇ ਕਿੱਦਾਂ ਕਰਨਾ। ਦੂਸਰਾ ਮੇਨ ਇਸ਼ੂ ਹੈਗਾ ਕੰਪਨਸੇਸ਼ਨ ਦਾ, ਕਿਉਂਕਿ ਪਹਿਲਾਂ ਸਾਡਾ ਮੈਕੇਜ ਸਟੇਟ ਟੈਕਸ ਲਗਾਉਣ ਦਾ ਤਰੀਕਾ ਸੀਗਾ, ਅਸੀਂ ਲਾਉਂਦੇ ਸੀਗੇ ਮੈਨੂਫੈਕਚਰਰ ਵਾਲੇ ਪਾਸਿਓਂ ਤੋਂ ਚੱਲਦੇ ਸੀਗੇ, ਹੁਣ ਅਸੀਂ ਡੈਸਟੀਨੇਸ਼ਨ ਪਾਸੇ ਜਾ ਰਹੇ ਹਾਂ। ਠੀਕ ਹੈ। ਪਹਿਲਾਂ ਮੈਨੂਫੈਕਚਰਿੰਗ ਦੇ ਵਿੱਚ ਸੇਲ ਆਫ ਗੁੱਡਸ ਲੱਗਦਾ ਸੀਗਾ, ਹੁਣ ਅਸੀਂ ਕੰਜ਼ਿਊਮਰ ਵਾਲੇ ਪਾਸੇ ਜਾ ਰਹੇ ਹਾਂ। ਉਹ ਪੂਰਾ ਆਪਣਾ ਤਰੀਕਾ ਬਦਲਦੇ ਪਏ ਹਾਂ। ਉਹਦੇ ਨਾਲ ਉਮੀਦ ਹੈ ਕੁਝ ਸਟੇਟਾਂ ਨੂੰ, ਜਿਹੜੀ ਮੈਨੂਫੈਕਚਰਿੰਗ ਸਟੇਟ ਸੀ, ਉਹਨਾਂ ਨੂੰ ਨੁਕਸਾਨ ਹੋ ਜੇ, ਤਾਂ ਕੰਪਨਸੇਸ਼ਨ ਕਿੱਦਾਂ ਕਰਨੀ ਆ, ਇੱਕ ਇਹ ਮੁੱਦਾ ਹੈਗਾ ਜਿਹੜਾ ਸਟੇਟਾਂ ਨੂੰ ਕੰਪਨਸੇਸ਼ਨ ਦਾ ਮੁੱਦਾ ਹੈਗਾ। ਤੀਸਰਾ ਹੈਗਾ ਕਿ ਅਸੀਂ ਐਗਜ਼ੈਂਪਸ਼ਨ ਕਿਆ ਸਾਰਿਆਂ ਨੂੰ ਟੈਕਸ ਲਾ ਦੇਣਾ ਕਿ ਕੁਝ ਲੋਕਾਂ ਨੂੰ ਟੈਕਸ ਦੇ ਦਾਇਰੇ ਤੋਂ ਬਾਹਰ ਰੱਖਣਾ। ਓਕੇ। ਉਹ ਮੁੱਦਾ ਹੈਗਾ। ਤੇ ਫਿਰ ਹੈਗਾ ਇੱਕ ਕਿ ਇਹ ਆਪਣਾ ਰੇਟ ਕੀ ਹੋਣਾ ਚਾਹੀਦਾ ਟੈਕਸ ਦਾ, ਕਿੰਨੀਆਂ, ਕਿ ਇੱਕੋ ਹੀ ਰੇਟ ਹੋਵੇ ਕਿ ਕੋਈ 3-4 ਸਲੈਬਾਂ ਬਣਾ ਦਈਏ ਰੇਟਾਂ ਦੀਆਂ, ਡਿਫਰੈਂਟ ਤਰ੍ਹਾਂ ਦੇ। ਕਿਆ ਕੁਝ ਜ਼ਰੂਰੀ ਚੀਜ਼ਾਂ ਹੁੰਦੀਆਂ, ਕੋਈ ਐਸੈਂਸ਼ੀਅਲ ਚੀਜ਼ਾਂ ਹੁੰਦੀਆਂ, ਕਈ ਲਗਜ਼ਰੀ ਗੁੱਡਸ ਹੁੰਦੀਆਂ, ਕਈ ਸਿਨ ਗੁੱਡਸ ਨੇ ਜਿਹਨੂੰ ਅਸੀਂ ਡਿਸਕਸ ਕਰਦੇ ਹਾਂ, ਤਾਂ ਕਿਸ ਤਰ੍ਹਾਂ ਟੈਕਸ ਰੱਖਣਾ, ਇਹ ਮੁੱਦੇ ਸੀਗੇ। ਪਹਿਲੀ ਮੀਟਿੰਗ ਜਿਹੜੀ 22 ਔਰ 23 ਸਤੰਬਰ ਨੂੰ ਹੋਈ, ਉਹਦੇ ਵਿੱਚ ਇਹਨਾਂ ਨੇ ਇੱਕ ਦੋ ਮੁੱਦੇ ਬੜੇ ਆਰਾਮ ਨਾਲ ਕੰਸੈਸ਼ਨ ਨਾਲ ਪਾਏ, ਸਾਰੇ ਰਜਾਮੰਦੀ ਨਾਲ ਪਾਸ ਹੋ ਗਏ। ਇੱਕ ਮੁੱਦਾ ਤਾਂ ਇਹਨਾਂ ਨੇ ਪਾਸ ਕਰ ਲਿਆ ਕਿ 1.5 ਕਰੋੜ ਤੋਂ ਟਰਨਓਵਰ ਤੋਂ ਜਿੰਨੇ ਵੀ ਲੋਕ ਥੱਲੇ ਹੋਣਗੇ, ਉਹਨਾਂ ਉਹ ਟੈਕਸ ਦੇ ਦਾਇਰੇ ਤੋਂ ਬਾਹਰ ਹੋ ਜਾਣਗੇ, ਜੀਐਸਟੀ ਤੋਂ ਬਾਹਰ ਹੋ ਜਾਣਗੇ। ਠੀਕ ਹੈ।
ਚਾਹੇ ਉਹ ਗੁੱਡਸ ਮੈਨੂਫੈਕਚਰਰ ਹੈ, ਚਾਹੇ ਗੁੱਡਸ ਦਾ ਸੈਲਰ ਹੈਗਾ, ਚਾਹੇ ਉਹ ਸਪਲਾਇਰ ਆਫ ਸਰਵਿਸ ਹੈ, 1.5 ਕਰੋੜ ਦੀ ਘੱਟ ਟਰਨਓਵਰ ਵਾਲੇ ਬੰਦੇ ਇਹਦੇ ਵਿੱਚ ਉਹ ਇਹਦੇ ਚ ਆਉਣੇ ਨਹੀਂ। ਉਹਦੇ 1.5 ਕਰੋੜ ਤੋਂ ਘੱਟ ਟਰਨ ਵਾਲੇ ਪਾਵਰ ਸਟੇਟ ਕੋਲ ਆਏਗੀ ਉਹਨਾਂ ਨੂੰ ਅਸੈਸ ਕਰਨ ਦੀ। ਠੀਕ ਹੈ। ਤੇ ਜਿਹੜਾ ਐਗਜ਼ੈਂਪਸ਼ਨ ਹੈ ਕਿ ਰਜਿਸਟ੍ਰੇਸ਼ਨ ਵਾਸਤੇ ਕੌਣ ਆਏਗਾ ਕੌਣ ਨਹੀਂ, ਉਹਨਾਂ ਵਾਸਤੇ ਇਹਨਾਂ ਨੇ 20 ਲੱਖ ਦੀ ਲਿਮਿਟ ਤੇ 10 ਲੱਖ ਦੀ ਲਿਮਿਟ ਰੱਖ ਲਈ। ਠੀਕ ਹੈ। 20 ਲੱਖ ਰੱਖੀ ਹੈ ਜਿਹੜੀਆਂ ਆਮ ਸਟੇਟਾਂ ਹੈਗੀਆਂ, 10 ਲੱਖ ਰੱਖੀ ਹੈ ਜਿਹੜੀਆਂ ਹਿੱਲੀ ਸਟੇਟ ਹੈਗੀਆਂ ਜਾਂ ਨਾਰਥ ਈਸਟ ਸਟੇਟਸ ਹੈਗੀਆਂ। ਠੀਕ ਹੈ। ਕਿ ਉੱਥੇ ਥੋੜਾ ਸਿਚੁਏਸ਼ਨ ਡਿਫਰੈਂਟ ਹੈਗੀ ਹੈ ਤੇ ਆਪਣੇ ਕਨਸਟੀਟਿਊਸ਼ਨ ਨੇ ਵੀ ਉਹਨਾਂ ਨੂੰ ਅਲਾਉ ਥੋੜੀ ਕੀਤਾ ਸੀਗਾ। ਠੀਕ ਹੈ। ਤੇ ਮੋٹے ਤੌਰ ਤੇ ਲਈਏ 20 ਲੱਖ ਤੋਂ ਥੱਲੇ ਵਾਲੇ ਲੋਕ ਇਹਦੇ ਵਿੱਚ ਕਵਰ ਨਹੀਂ ਹੋਣਗੇ ਤੇ 1.5 ਕਰੋੜ ਤੋਂ ਥੱਲੇ ਵਾਲੇ ਲੋਕ ਸਟੇਟ ਦੇ ਅਧਿਕਾਰ ਖੇਤਰ ਚ ਆਉਣਗੇ। ਇਹ ਪਹਿਲੀ ਮੀਟਿੰਗ ਦੇ ਵਿੱਚ ਰਜਾਮੰਦੀ ਹੋਈ ਸੀ ਤੇ ਉਸ ਤੋਂ ਬਾਅਦ ਬਾਕੀ ਮੁੱਦੇ ਅੱਗੇ ਡਿਸਕਸ਼ਨ ਦਾ ਮੁੱਦਾ ਵਿੱਚ ਹੈਗੇ ਨੇ। ਟੈਕਸ ਦੇ ਗਿਆ ਵਿੱਚ ਸਲੈਬਸ ਦੀ ਗੱਲ ਹੋ ਰਹੀ ਹੈ। ਸ਼ਰਮਾ ਜੀ, ਤੁਸੀਂ ਜੋ ਪੜਿਆ ਹੋਣਾ, ਜੋ ਡਿਟੇਲ ਇਸ ਕੌਂਸਲ ਦੀ ਮੀਟਿੰਗ ਦੀ ਆਈ ਹੈ, ਕੀ ਲੱਗਦਾ ਨੁਕਤੇ ਠੀਕ ਜਾ ਰਹੇ ਨੇ ਜਾਂ ਕੁਛ ਨਾ ਕੁਛ ਹਲੇ ਹੈ ਉਸ ਦੇ ਵਿੱਚ ਫੇਰ ਬਦਲ ਦੀ ਜਿਹੜੀ ਨਵੀਂ ਚੀਜ਼ ਹੁੰਦੀ ਹੈ ਨਾ ਜੀ, ਕਿਉਂਕਿ ਅੱਗੇ ਤੇ ਸਟੇਟ ਅਲੱਗ ਸੀ, ਸੈਂਟਰ ਅਲੱਗ ਸੀ। ਹੁਣ ਸਾਰਾ ਸੈਂਟਰ ਗਵਰਨਮੈਂਟ ਨੇ ਇੱਕੋ GST ਦਾ ਇੱਕੋ ਹੀ ਮੁੱਦਾ ਬਣਾ ਕੇ ਸੈੱਟ ਕਰ ਲਿਆ ਤੇ ਥੋੜੇ ਜਿਹੇ ਡਿਫਰੈਂਸ ਨੂੰ ਟਾਈਮ ਲੱਗਦਾ ਕਿਉਂਕਿ ਹਰ ਸਟੇਟ ਚਾਹੁੰਦੀ ਹੈ ਸਾਨੂੰ ਪੈਸਾ ਮਿਲੇ ਔਰ ਸਾਨੂੰ ਘਾਟਾ ਤਾਂ ਨਹੀਂ ਪਏਗਾ। ਉਹ ਪੈਸਾ ਕਿਸ ਤਰ੍ਹਾਂ ਮਿਲੇਗਾ? ਪਹਿਲੋਂ ਮਿਲੇਗਾ, ਐਡਵਾਂਸ ਮਿਲੇਗਾ। ਹੁਣ ਸੈਂਟਰ ਗਵਰਨਮੈਂਟ ਕੋਲ ਵੀ ਫੰਡਸ ਬਹੁਤੇ ਨਹੀਂ ਹੈਗੇ, ਸਟੇਟ ਗਵਰਨਮੈਂਟ ਕੋਲ ਫੰਡਸ ਵੀ ਹੈਗੇ ਨੇ। ਸਟੇਟ ਗਵਰਨਮੈਂਟ ਨਾਲ ਚਾਹੁੰਦੀ ਵੀ ਸਾਡਾ ਪਹਿਲੇ 2 ਸਾਲ ਡਿਫਿਕਲਟੀ ਹੋਣੀ ਹੈ, ਉਹਦੇ ਬਾਅਦ ਜਮਾ ਹੋ ਜਾਏ ਫਿਰ ਰੂਟੀਨ ਬਣ ਜਾਂਦਾ ਨਾ ਪੈਸੇ ਆਣੇ ਦੇਣ ਦਾ। ਹੁਣ ਇੱਕਦਮ ਪੈਸਾ ਸਟੇਟ ਗਵਰਨਮੈਂਟ ਕੋਲ ਨਹੀਂ ਆਏਗਾ। ਉਹ ਕੁਝ ਸਟੇਟਾਂ ਚਾਹੁੰਦੀਆਂ ਵੀ ਸਾਨੂੰ ਕੰਪਨਸੇਟ ਕੀਤਾ ਜਾਵੇ ਉਹਦੇ ਬਦਲੇ ਪਹਿਲਾਂ। ਇਸ ਵਜ੍ਹਾ ਨਾਲ ਥੋੜਾ ਡਿਫਿਕਲਟੀ ਹੋ ਰਹੀ ਹੈ। ਬਾਕੀ ਜਿਹੜੀ ਮੀਟਿੰਗ ਹੈ ਨਾ, ਇਹਦੇ ਵਿੱਚ 2 ਮੁੱਦੇ ਆ ਜਦੋਂ ਤੱਕ ਮੇਰਾ ਖਿਆਲ ਹੈ। ਇੱਕ ਹੈ ਮੁੱਦਾ ਸਟੇਟ ਗਵਰਨਮੈਂਟ ਚਾਹੁੰਦੀਆਂ ਵੀ ਸਾਨੂੰ ਕੁਝ ਕੰਪਨਸੇਟ ਪਹਿਲਾਂ ਕੀਤਾ ਜਾਏ। ਦੂਸਰਾ ਹੈ ਐਡਮਿਨਿਸਟ੍ਰੇਸ਼ਨ ਦਾ, ਵੀ ਸਟੇਟ ਐਡਮਿਨਿਸਟ੍ਰੇਸ਼ਨ ਕੀ ਕਰੇਗੀ ਤੇ ਜਿਹੜੇ ਸੈਂਟਰ ਦੀ ਸਰਵਿਸ ਟੈਕਸ ਡਿਪਾਰਟਮੈਂਟ ਆ, ਸੈਂਟਰਲ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਸੀ ਨਾ ਸੈਂਟਰਲ, ਉਹਦੇ ਚੋਂ CBT ਅਧਿਕਾਰਾਂ ਦੀ ਲੜਾਈ ਹੈ। ਉਹ ਹੁਣ ਜਿਹੜੇ ਇੰਪਲਾਈਜ਼ ਹੈ, ਪਰਸੋਂ ਚੌਥ ਨਾ ਸਾਰੇ ਇੰਡੀਆ 'ਚ ਨਾ ਵੈਟ ਡਿਪਾਰਟਮੈਂਟ ਵਾਲਿਆਂ ਨੇ ਸਟ੍ਰਾਈਕ ਕੀਤੀ ਇੰਪਲਾਈ ਨੇ, ਜਿਹੜੇ ਲੋਕਲ ਹੈ। ਹੁਣ ਚੰਡੀਗੜ੍ਹ ਵਾਲੇ ਵੀ, ਪੰਜਾਬ ਵਾਲਿਆਂ ਨੇ ਵੀ ਟੋਟਲ ਸਟ੍ਰਾਈਕ ਕੀਤੀ। ਸਟ੍ਰਾਈਕ ਦਾ ਮਤਲਬ ਹੈ ਉਹਨਾਂ ਨੇ ਆਪਣੀ ਛੁੱਟੀ ਲੈ ਲਈ, ਕੈਜੂਅਲ ਲੀਵ ਲੈ ਲਈ ਹੈ, ਕੰਪਲਸਰੀ ਛੁੱਟੀ ਲੈ ਲਈ। ਹੁਣ ਉਹਦੇ 'ਚ ਵੀ ਜੇ ਉਹ ਲੈ ਲੈਂਦੇ ਆ, ਇੱਧਰਲੇ ਇੰਪਲਾਈ ਕਿੱਥੇ ਜਾਣਗੇ? ਸਟੇਟ ਗਵਰਨਮੈਂਟ ਇਹਨਾਂ ਨੂੰ ਕਿੱਥੇ ਅਬਜ਼ਰਵ ਕਰੇਗੀ? ਅੱਛਾ, ਜਿਹੜੇ ਉਹ ਸੈਂਟਰਲ ਐਕਸਾਈਜ਼ ਵਾਲਾ ਡਿਪਾਰਟਮੈਂਟ ਆ ਉਹ ਖਤਮ ਹੋ ਗਿਆ, ਸਾਰਾ GST 'ਚ ਆ ਗਿਆ। ਹੁਣ ਉਹਨਾਂ ਦੇ ਇੰਪਲਾਈ ਕਹਿਣਗੇ ਉਹ ਸਾਨੂੰ ਮਿਲੇ। ਇਹ 2-3 ਮੁੱਦਿਆਂ ਪਿੱਛੇ ਜਿਹੜਾ ਕਾਫੀ ਰੌਲਾ ਪਿਆ ਤੇ ਪੇਪਰ 'ਚ ਨਹੀਂ ਆਇਆ, ਪਰ ਜਿਹੜੇ ਇੰਪਲਾਈਜ਼ ਦੱਸਦੇ ਆ ਜਿਹੜੇ ਉਹਨਾਂ ਨੇ ਸਟ੍ਰਾਈਕ 'ਚ ਬੈਠੇ ਸੀਗੇ ਜਾਂ ਜਿਹੜੇ ਉਹਨਾਂ ਨੇ, ਪਰ ਗਵਰਨਮੈਂਟ ਚਾਹੁੰਦੀ ਹੈ ਵੀ ਇਸ ਮੁੱਦੇ ਨੂੰ ਤਰੀਕੇ ਨਾਲ ਖਤਮ ਹੋ ਜਾਏਗਾ। ਪਰ ਇਸ ਵਜ੍ਹਾ ਨਾਲ ਇਹ ਕੋਈ ਵੱਡੀ ਗੱਲ ਨਹੀਂ, ਜਿਹੜਾ ਅਹਿਮ ਕੰਮ ਸੀ ਉਹ ਹੋ ਗਿਆ। ਹੁਣ ਨਵੰਬਰ ਦੇ ਵਿੱਚ ਖਤਮ ਹੋ ਜਾਣਾ। ਬਾਕੀ ਗਵਰਨਮੈਂਟ ਅਗਲੀਆਂ ਦੋ ਮੀਟਿੰਗਸ ਹੈਗੀਆਂ, ਇੱਕ 3-4 ਨਵੰਬਰ ਨੂੰ ਹੈ, ਫਿਰ ਉਸ ਤੋਂ ਬਾਅਦ ਸ਼ਾਇਦ 9-10 ਨੂੰ ਹੈ, ਕਿਉਂਕਿ ਜਲਦੀ ਅਗਲੇ ਸਾਲ ਬੜਾ ਵੱਡਾ ਸਟੈਪ ਕੀਤਾ। ਜਿਹੜੀ ਇੰਨੀ ਵੱਡੀ ਅਚੀਵਮੈਂਟ ਹੋ ਗਈ ਤੇ 5-10% ਦਾ ਕੰਮ ਰਹਿ ਗਿਆ। ਬਮੀਤ ਜੀ, ਮਾਰਕੀਟ ਕਿਵੇਂ ਦੇਖਦੀ ਹੈ? ਮਾਰਕੀਟ ਜੀ ਬਹੁਤ ਇਹਨੂੰ ਪੋਜ਼ਿਟਿਵਲੀ ਦੇਖਦੀ ਹੈ, ਬਟ ਬਿਫੋਰ ਦੈਟ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਇਲਮ ਦੇਣਾ ਚਾਹਾਂਗਾ ਇੱਕ ਚੀਜ਼ ਦਾ, ਕਿ ਅਸੀਂ ਬਹੁਤ ਪਿੱਛੇ ਹਾਂ ਦੁਨੀਆ ਤੋਂ। ਅਸੀਂ 2006 ਦੀ ਗੱਲ ਕरें, 1954 ਦੇ ਵਿੱਚ ਫਰਾਂਸ ਦੇ ਵਿੱਚ ਸਭ ਤੋਂ ਪਹਿਲੀ ਵਾਰ ਇੰਟਰੋਡਿਊਸ ਹੋਇਆ ਸੀ। 62 ਸਾਲ ਹੋ ਗਏ ਜੀ ਔਰ ਹਲੇ ਵੀ ਕੋਈ ਸਾਈਨ ਨਹੀਂ ਹੈਗਾ। गवर्नमेंट अपनी तरफों पुश कर रही है, बट हार्ट ऑफ हार्ट बहुत सारे इंडस्ट्री लीडर्स वेटरन्स ਜਿਹੜੇ ਇਕਨੋਮਿਕ ਸਮਝਦੇ ਆ, ਜਿਹੜਾ ਸਟੇਟ ਆਫ ਅਫੇਅਰ ਸਮਝਦੇ, ਉਹ ਕਹਿੰਦੇ 1 ਅਕਤੂਬਰ ਤੋਂ ਪਹਿਲੇ ਇੰਪਲੀਮੈਂਟ ਕਰਨਾ ਬੜਾ ਮੁਸ਼ਕਿਲ ਹੈ। ਹਾਊਐਵਰ ਇਹਨੂੰ ਪੋਜ਼ਿਟਿਵ ਵਿਊ ਨਾਲ ਦੇਖਿਆ ਜਾਏ ਔਰ ਕੋਸ਼ਿਸ਼ ਕੀਤੀ ਜਾਏ ਕਿ ਇਹ 1 ਅਪ੍ਰੈਲ ਤੋਂ ਇੰਪਲੀਮੈਂਟ ਹੋ ਜਾਏ। ਸੈਸ ਜਿਹੜਾ ਕਿ ਜੇਟੀ ਸਾਹਿਬ ਇੰਟਰੋਡਿਊਸ ਕਰ ਰਹੇ, ਇਟ ਇਜ਼ ਐਬਸੋਲੂਟਲੀ ਰੋਂਗ। ਇਹ ਚੀਜ਼ ਬਿਲਕੁਲ ਡਿਫਾਈ ਕਰਦੀ ਹੈ ਲੌਜਿਕ ਨੂੰ। ਹਾਲਾਂਕਿ ਉਹਨਾਂ ਦੇ ਸਟੈਪਸ ਅੱਛੇ ਨੇ, 6, 12, 18 ਤੇ 26% ਕਰਨ ਨੂੰ, ਔਰ ਹਾਈਐਸਟ ਸਲੈਬ ਤੇ ਡਿਫਰੈਂਸ਼ੀਅਲ ਨੂੰ ਸਿੰਧ ਦੇ ਵਿੱਚ ਉਹ ਚਾਹੁੰਦੇ ਨੇ ਕਿ ਕਰਨ। ਪਰ ਸੈਸ ਅਗੇਨ ਉਹੀ ਚੀਜ਼ ਆ ਜਾਂਦੀ ਹੈ, ਸਰਕਾਰ ਬਹੁਤ ਅੱਛਾ ਕਰਨਾ ਚਾਹੁੰਦੀ ਹੈ ਜਸਟ ਟੂ ਕੰਪਨਸੇਟ, ਉਹ ਬੈਕਡੋਰ ਐਂਟਰੀ ਕਰਦੀ ਹੈ। ਆਈ ਐਮ ਸ਼ੋਰ ਇਹ ਸੁਪਰੀਮ ਕੋਰਟ ਦੇ ਚੈਲੰਜ ਹੋਏਗਾ। ਤੁਸੀਂ 6, 12, 18, 26 ਨੂੰ ਕਿਵੇਂ ਖਰਾਬ ਸਮਝਦੇ ਹੋ? ਵੀ ਇਸ ਚ ਕੀ ਦਿੱਕਤ? ਨਹੀਂ, ਮੈਂ ਖਰਾਬ ਨਹੀਂ ਆਖ ਰਿਹਾ, ਮੈਂ ਕਹਿ ਰਿਹਾ ਸੈਸ ਖਰਾਬ ਹੈ। ਸੈਸ ਦੇ ਲਾਣ ਦਾ ਬੈਕਡੋਰ ਐਂਟਰੀ ਦਾ ਤਰੀਕਾ ਕਿਉਂ ਗਲਤ ਹੈ ਜੀ? ਅੱਜ ਦੀ ਡੇਟ 'ਚ ਸਾਡੇ ਕੋਲ 2 ਸੈਸ ਲੱਗਦੇ ਨੇ, ਸਵੱਛ ਭਾਰਤ ਸੈਸ 0.5 ਐਂਡ ਕ੍ਰਿਸ਼ੀ ਕਲਿਆਣ ਸੈਸ 0.5। ਸੈਸ ਦਾ ਇੱਕ ਟੈਕਨੀਕਲ ਇਸ਼ੂ ਸਮਝਿਆ ਜਾਏ, ਸੈਸ ਮਨੀ ਓਨਲੀ ਗੋਜ਼ ਟੂ ਸੈਂਟਰਲ ਗਵਰਨਮੈਂਟ, ਸਟੇਟ ਗਵਰਨਮੈਂਟ ਸਿੱਧੇ ਭਾਗੀਦਾਰ ਨਹੀਂ ਬਣਦੇ। ਸੈਂਟਰਲ ਗਵਰਨਮੈਂਟ ਇਹ ਕਹਿ ਰਹੀ ਹੈ ਕਿ ਹੋ ਸਕਦਾ ਹੈ 24,000 ਕਰੋੜ ਤੋਂ ਲੈ ਕੇ 50,000 ਕਰੋੜ ਦੇ ਵਿਚਕਾਰ ਇਹ ਡੈਫਿਸਿਟ ਆਏ ਔਰ ਸਾਨੂੰ ਸਟੇਟਸ ਨੂੰ ਕੰਪਨਸੇਟ ਕਰਨਾ ਪਏ ਫॉर ਨੈਕਸਟ 5 ਇਅਰਸ। ਉਹ ਇੱਕ ਬਫਰ ਕ੍ਰੀਏਟ ਕਰ ਰਹੀ ਹੈ ਜੋ ਉਹਨੂੰ ਕਰਨਾ ਚਾਹੀਏ। ਪਰ ਮੇਰੇ ਖਿਆਲ ਉਹ ਇਹਦੀ ਜਗ੍ਹਾ 30% ਦਾ ਸ਼ਾਇਦ ਕੋਈ ਸਲੈਬ ਇੰਟਰੋਡਿਊਸ ਕਰ ਲੇ, 40% ਇੰਟਰੋਡਿਊਸ ਕਰ ਲੇ, ਉਹਦੇ ਚ ਕਨਸਟੀਟਿਊਸ਼ਨਲ ਵੈਲਿਡਿਟੀ ਰਹੇਗੀ। ਆਈ ਐਮ ਕੁਆਇਟ ਸ਼ੋਰ
ਇਹ ਚੈਲੰਜ ਹੋਏਗਾ ਜੀ। ਸੈਸ ਵਾਲੀ ਚੀਜ਼ ਸੁਪਰੀਮ ਕੋਰਟ 'ਚ ਕੋਈ ਨਾ ਕੋਈ ਸਟੇਟ ਚੈਲੰਜ ਕਰੇਗੀ। ਦੂਜੀ ਗੱਲ ਮੇਰੇ ਹਿਸਾਬ ਨਾਲ ਜੇ ਸਟਾਕ ਮਾਰਕੀਟ ਤਰਫ ਦੇਖਿਆ ਜਾਏ ਇਹਦਾ ਇੰਪੈਕਟ ਮਾਰਕੀਟ 'ਚ ਆਣਾ ਸ਼ੁਰੂ ਹੋ ਗਿਆ ਹੈ। ਅਸੀਂ ਇਹ ਨਾ ਭੁੱਲੀਏ ਕਿੰਨੇ ਸਾਰੇ ਮੈਨੂਫੈਕਚਰਰਸ ਨੇ, ਪ੍ਰੋਡਿਊਸਰਸ ਨੇ ਜਿਹੜੇ ਸਟੇਟ ਬਾਰਡਰ ਦੇ ਉੱਤੇ ਵੇਅਰ ਹਾਊਸ ਬਣਾਉਂਦੇ ਨੇ ਟੂ ਸੇਵ ਟੈਕਸਸ, ਬਟ ਆਕਟਰਾਈ ਵੀ ਦਿੰਦੇ ਨੇ, ਬਾਕੀ ਹੋਰ ਚੀਜ਼ਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ। ਜਦ ਇਹ ਵੇਅਰ ਹਾਊਸ ਦੀ ਪਾਲਿਸੀ ਚੇਂਜ ਹੋ ਜਾਏਗੀ ਇਨਡਾਇਰੈਕਟਲੀ, ਤੁਸੀਂ ਦੇਖੋਗੇ ਬਹੁਤ ਵੱਡੇ ਲਾਰਜ ਵੇਅਰ ਹਾਊਸ ਆਣਗੇ, ਬਹੁਤ ਸਾਰੀ ਕੈਪੈਸਿਟੀਆਂ ਬਾਹਰ ਨਿਕਲਣਗੀ ਜਿਹੜੀ ਫੂਡ ਗ੍ਰੇਨਸ ਨੂੰ ਵੀ ਸਪੋਰਟ ਕਰਨਗੀਆਂ। ਓਵਰਆਲ ਸਟਾਕ ਮਾਰਕੀਟ ਲਈ ਇਹ ਮੈਨੂਫੈਕਚਰਿੰਗ ਕੰਪਨੀਆਂ ਤੋਂ ਲੈ ਕੇ ਸਰਵਿਸ ਕੰਪਨੀ ਬਹੁਤ ਪੋਜ਼ਿਟਿਵ ਹੈ, ਲੇਕਿਨ ਮੇਰੇ ਖਿਆਲ ਨਾਲ 18% ਸਲੈਬ ਜਿਹੜਾ ਸਰਕਾਰ ਨੇ ਰੱਖਿਆ ਹੈ ਫॉर ਨਾਰਮਲ ਪਰਪਸ ਉਹ ਬਹੁਤ ਹੀ ਜ਼ਿਆਦਾ ਹਾਈ ਹੈ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਚਾਹਨਾ। ਇੱਕ ਕੰਪਨੀ ਹੈ ਉਹ ਅੱਜ ਦੀ ਡੇਟ 'ਚ ਪ੍ਰਾਈਵੇਟ ਲਿਮਿਟਡ ਕੰਪਨੀ 33% ਟੈਕਸ ਦਿੰਦੀ ਹੈ ਜੀ, ਉਹਦੇ ਤੇ ਤੁਸੀਂ 18% ਟੈਕਸ ਹੋਰ ਲਾ ਦਿਓ। 51 ਮੇਰੇ ਖਿਆਲ ਨਾਲ ਤੁਸੀਂ ਕੋਈ ਵੀ ਬਿਜ਼ਨਸ ਦੱਸੋ ਕਿ ਜਿਹੜਾ 51% ਬਿਜ਼ਨਸ ਦੇ ਉੱਤੇ ਉਹ ਆਪਣੇ ਮਾਰਜਨ ਸਪੋਰਟ ਕਰ ਸਕਦਾ ਹੈ। ਕੰਪੀਟੀਸ਼ਨ ਇਨਕਰੀਜ਼ ਹੋ ਰਿਹਾ ਜੀ, ਮਾਰਜਨ ਡਿਕਰੀਜ਼ ਹੋ ਰਹੇ ਨੇ। ਹੁਣ ਸਾਰੀ ਕੰਪਨੀਆਂ ਤਾਂ ਫਲਿੱਪਕਾਰਟ ਹੈ ਨਹੀਂ ਜਾਂ ਫਲਿੱਪਕਾਰਟ ਦੇ ਟਾਈਪ ਹੈ ਨਹੀਂ ਕਿ ਬਾਹਰੋਂ ਪੈਸਾ ਲੈ ਹੀ ਚੱਲਣ ਤੇ ਬਰਨ ਕਰੀ ਚੱਲਣ। ਐਂਡ ਹਾਰਟ ਆਫ ਹਾਰਟ ਸਾਨੂੰ ਵੀ ਪਤਾ ਹੈ ਕਿੰਨੇ ਟਾਈਮ ਦੀ ਸਟੋਰੀ ਹੈਗੀ ਹੈ। ਆਫਟਰ ਆਲ ਅਮੇਜ਼ਨ ਨੇ ਇੱਕ ਕੁਆਟਰ ਛੱਡ ਕੇ ਪੂਰੀ ਜ਼ਿੰਦਗੀ 'ਚ ਉਹਨੇ ਕਦੀ ਪੈਸਾ ਕਮਾਇਆ ਹੈ ਨਹੀਂ ਹੈ। ਸੋ ਇਟ ਇਜ਼ ਐਨ ਇੰਟੈਲੈਕਚੁਅਲ ਵੇ ਟੂ ਬਰਨ ਮਨੀ। ਤੁਸੀਂ ਇਹਨੂੰ ਨਾ ਜੋ ਮਰਜ਼ੀ ਦੇ ਦਿਓ। ਮੇਰਾ ਮੇਨ ਮੁੱਦਾ ਇਹ ਹੈ ਸਾਡੇ ਲੋਕ ਕੰਪਲਾਇੰਟ ਕਿਉਂ ਨਹੀਂ ਹੁੰਦੇ। ਮੈਂ ਇੱਕ ਛੋਟੇ ਜਿਹੇ ਤੁਹਾਨੂੰ ਐਗਜ਼ਾਮਪਲ ਹੋਰ ਵੀ ਦੇਣਾ। ਤੁਸੀਂ ਕਿਸੇ ਹੋਟਲ ਕੋਲ ਚਲੇ ਜਾਓ, ਮੈਂ 5 ਸਟਾਰ ਦੀ ਗੱਲ ਨਹੀਂ ਕਰ ਰਿਹਾ, ਜਿਨ੍ਹਾਂ ਨੂੰ ਪਰਵਿਊ 'ਚ ਆਣਾ ਪੈਂਦਾ ਖੁਸ਼ੀ ਨਹੀਂ ਮਜਬੂਰੀ ਲਈ। ਉਹ ਕਹਿੰਦਾ ਜੀ 800 ਰੁਪੀਸ ਦੀ ਮੇਰੀ ਪਲੇਟ ਹੈਗੀ ਹੈ। ਉਹਨੂੰ ਕਹੋ ਜੀ ਮੈਂ ਟੈਕਸ ਦੇਣਾ ਚਾਹੁੰਦਾ, ਉਹ ਕਹਿੰਦਾ ਜੀ ਸਰ 950 की प्लेट है, आप लोगे? ਕਸਟਮਰ ਕਹਿੰਦਾ ਮੈਂ 150 ਰੁਪਏ ਔਰ ਕਿਉਂ ਦੂੰ? ਉਹ ਕਹਿੰਦਾ ਕਿ ਜੇ ਮੈਂ ਆਪਣੇ ਪੱਲਿਓਂ ਦੇਣਾ ਪਏ ਤਾਂ ਮੈਨੂੰ 650 ਰੁਪਏ ਦੇ ਤਾਂ ਵਾਰਾ ਹੀ ਨਹੀਂ ਖਾਂਦੀ ਚੀਜ਼। ਇਹਦੀ ਜਗ੍ਹਾ ਸਰਕਾਰ 5% ਦੇ ਬਾਰੇ ਸੋਚੇ। ਔਰ ਇਹ ਸਰਕਾਰ ਦਾ ਸੋਚਣਾ ਮੈਂ ਥੋੜੀ ਤਰਫ ਹੋਰ ਕਰਨਾ ਚਾਹ। ਰਾਜੀਵ ਗਾਂਧੀ ਜੀ ਨੇ ਮੈਂ ਕੋਈ ਪਾਰਟੀ ਦਾ ਸਪੋਰਟਰ ਨਹੀਂ ਆ, ਮੈਂ ਇੱਕ ਗੱਲ ਕਰ ਰਿਹਾ ਕਿ ਇੱਕ ਸਾਡੇ ਪ੍ਰੀਵੀਅਸ ਪ੍ਰਾਈਮ ਮਿਨਿਸਟਰ ਨੇ ਇੱਕ ਬੜੀ ਅੱਛੀ ਚੀਜ਼ ਕੀਤੀ ਸੀ ਕਿ 40% ਟੈਕਸ ਲੱਗ ਤੋਂ 30% ਲਿਆ ਸੀ। ਟੈਕਸ ਐਕਸੈਪਟੈਂਸ ਬਹੁਤ ਜ਼ਿਆਦਾ ਵੱਧ ਗਿਆ ਸੀ। ਹਾਲਾਂਕਿ ਮੋਦੀ ਸਰਕਾਰ ਤੇ ਜੇਟਲੀ ਸਰਕਾਰ ਨੇ ਕਿਹਾ ਕਿ ਕਾਰਪੋਰੇਟ ਟੈਕਸ ਨੂੰ ਐਗਜ਼ੈਂਪਸ਼ਨਸ ਹਟਾ ਕੇ ਅਸੀਂ 30% ਤੋਂ 25% लेकर आएंगे, बट मेरे ख्याल 18% बहुत ज्यादा है। और एक चीज होर भी मैं कहना चाहता है, 10 ਲੱਖ 20 ਲੱਖ ਦੀ ਜਗ੍ਹਾ ਉਹ ਭਾਵੇਂ 5 ਲੱਖ ਦੀ ਟੈਕਸ ਸਲੈਬ ਲਿਆਣ ਕਿ 5 ਲੱਖ ਤੋਂ ਉੱਤੇ ਸਾਰੇ ਦੇਣਗੇ, ਲੇਕਿਨ 5% ਕਰ ਦੇਣ, ਇਹਨਾਂ ਦਾ ਰੈਵਨਿਊ ਲਾਸ ਨਹੀਂ ਹੋਏਗਾ। ਤੇ ਮੇਰੇ ਖਿਆਲ ਨਾਲ ਓਵਰਆਲ ਮਾਰਕੀਟ ਲਈ ਅੱਛਾ, ਬਟ ਇਹ ਚੀਜ਼ਾਂ ਦੇ ਉੱਤੇ ਸ਼ਾਇਦ ਉਹਨਾਂ ਨੂੰ ਹੋਰ ਕਰਨਾ। ਵਿਨੀਤ ਜੀ, ਕੀ ਚੁਣੌਤੀ ਹੁਣ ਸਲੈਬ ਦੀ ਹੈ? ਬਿਲਕੁਲ ਜੀ, ਸਲੈਬ ਦੀ ਇੱਕ ਚੁਣੌਤੀ ਹੈ ਔਰ ਸਭ ਤੋਂ ਵੱਡੀ ਕੰਸੈਂਸਸ ਕ੍ਰੀਏਟ ਕਰਨ ਦੀ। ਵੈਸੇ ਤਾਂ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬੜਾ ਰੇਅਰ ਮੌਕਾ ਹੁੰਦਾ ਹੈ ਜਦ ਸਾਰੀਆਂ ਪਾਰਟੀਆਂ ਕਿਸੇ ਮੁੱਦੇ ਦੇ ਉੱਪਰ ਇਕਮਤ ਹੋ ਕੇ ਉਹਨੂੰ ਪਾਰਲੀਮੈਂਟ 'ਚ ਪਾਸ ਕਰਨ। ਠੀਕ ਹੈ, ਉਹ ਜੀਐਸਟੀ ਨੂੰ ਅਪੋਜ਼ ਨਹੀਂ ਕਰ ਰਹੇ ਸੀ, ਜੀਐਸਟੀ ਦੇ ਪ੍ਰੋਵੀਜ਼ਨਸ ਨੂੰ ਲੈ ਕੇ ਡਿਫਰੈਂਸਿਸ ਸੀ, ਪਰ ਜੀਐਸਟੀ ਨੂੰ ਲੈ ਕੇ ਕੋਈ ਡਿਫਰੈਂਸ ਨਹੀਂ ਸੀਗਾ। ਸੋ ਬੜੀ ਖੁਸ਼ੀ ਦੀ ਗੱਲ ਹੈ। ਵੈਸੇ ਜੀਐਸਟੀ ਜਿਹੜੀ ਹੈ ਨਾ ਵਿਨ-ਵਿਨ ਸਿਚੁਏਸ਼ਨ ਹੈ। ਵਿਨ-ਵਿਨ ਸਿਚੁਏਸ਼ਨ ਉਹਨਾਂ ਵਾਸਤੇ ਵੀ ਜਿਹੜੇ ਬਿਜ਼ਨਸਮੈਨ ਨੇ, ਵਿਨ-ਵਿਨ ਸਿਚੁਏਸ਼ਨ ਕੰਜ਼ਿਊਮਰ ਵਾਸਤੇ ਵੀ ਹੈ। ਕੰਜ਼ਿਊਮਰ ਨੂੰ ਅਲਟੀਮੇਟਲੀ ਚੀਜ਼ ਸਸਤੀ ਮਿਲੇਗੀ ਔਰ ਜਿਹੜਾ ਬਿਜ਼ਨਸਮੈਨ ਹੈ ਉਹਦੀ ਜਿਹੜੀਆਂ ਮਲਟੀਪਲ ਲੈਵਲ ਕੰਪਲਾਇੰਸ ਸੀਗੀ, ਜਿਹੜੀਆਂ ਉਹਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਰਿਟਰਨਾਂ ਡਾਕੂਮੈਂਟ ਫਾਈਲ ਕਰਨੇ ਪੈਂਦੇ ਸੀਗੇ, ਉਹ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਘਟ ਜਾਂਦੀ ਹੈ ਇਸ ਪੂਰੇ ਪ੍ਰੋਸੈਸ 'ਚ। ਇਸ ਕਰਕੇ ਵਿਨ-ਵਿਨ ਸਿਚੁਏਸ਼ਨ ਤਾਂ ਦੋਨਾਂ ਵਾਸਤੇ ਹੈ। ਹਾਂ, ਸਲੈਬਸ ਦੀ ਚੁਣੌਤੀ ਹੈ, ਸਟੇਟਸ ਨੂੰ ਕੰਪਨਸੇਟ ਕਰਨ ਦੀ ਚੁਣੌਤੀ ਹੈ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਟੇਟਸ ਤੇ ਜਿਹੜਾ ਸਪੋਜ਼ ਇੱਕ ਰੈਵਨਿਊ ਆਂਦਾ ਸੀਗਾ ਜੀਐਸਟੀ ਤੋਂ ਬਾਅਦ ਉਹ ਕੱਟਣਾ ਨਹੀਂ ਚਾਹੀਦਾ, ਉਹਨੂੰ ਸ਼ੇਅਰ ਉਸ ਤੋਂ ਵੱਧ ਹੀ ਮਿਲਣਾ ਚਾਹੀਦਾ ਹੈ, ਕਿਉਂਕਿ ਆਫਟਰ ਆਲ ਸਟੇਟਸ ਨੇ ਵੀ ਲੋਕਾਂ ਨੂੰ ਡਿਲੀਵਰ ਕਰਨਾ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ। ਮੈਨੂੰ ਲੱਗਦਾ ਹੈ ਕਿਉਂਕਿ ਇੱਕ ਕਮੇਟੀ ਬਣੀ ਹੈ ਹੁਣ, ਜਿਵੇਂ ਪਲੈਨਿੰਗ ਕਮਿਸ਼ਨ 'ਚ ਵੀ ਚੀਫ ਮਿਨਿਸਟਰਸ ਆ ਗਏ ਨੇ, ਠੀਕ ਹੈ ਨਾ, ਹੁਣ ਨੀਤੀ ਆਯੋਗ ਕਹਤਾ ਹੈ, ਉਸ ਤਰ੍ਹਾਂ ਹੀ ਜੀਐਸਟੀ ਕਾਉਂਸਲ ਦੇ ਅੰਦਰ ਫਿਨਾਂਸ ਮਿਨਿਸਟਰਸ ਨੇ, ਉਹ ਸਾਰੇ ਸਟੇਟਸ ਦੇ ਆਪ ਨੇ। ਸੋ ਆਪ ਬਹਿ ਕੇ ਕੰਸੈਂਸਸ ਡਰਾ ਕਰਨਗੇ। ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਚਾਹੇ ਬਹੁਤ ਚੈਲੰਜਿੰਗ ਹੈ, ਪੈਨਲ ਦੀ ਗੱਲ ਠੀਕ ਹੈ, ਇਹ ਗੱਲ ਬੜੀ ਚੈਲੰਜਿੰਗ ਹੈ, ਇਸ 'ਚ ਅਲੱਗ-ਅਲੱਗ ਤਰ੍ਹਾਂ ਦੇ ਲੋਕਾਂ ਦੇ ਆਪਣੇ ਇੰਟਰਸਟ ਇਨਵੋਲਵ ਨੇ, ਹਰ ਸਟੇਟ ਦੇ ਆਪਣੇ ਕੁਝ ਸਟਰੈਂਥਸ ਨੇ, ਉਸ ਸਾਹਮਣੇ ਉਹਦੇ ਜਿਹੜਾ ਰੈਵਨਿਊ ਜਨਰੇਸ਼ਨ ਆ ਉਹ ਲਾਸ ਹੁੰਦਾ, ਉਹ ਕਈ ਸਾਰੇ ਚੈਲੰਜਸ ਨੇ, ਲੇਕਿਨ ਇਹ ਸਾਰੇ ਚੈਲੰਜਸ ਨੂੰ ਨੈਸ਼ਨਲ ਇੰਟਰਸਟ 'ਚ ਲੈ ਕੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੀਟ ਆਊਟ ਕਰਕੇ ਇਹ ਇੰਪਲੀਮੈਂਟ ਹੋ ਜਾਏਗਾ। ਔਰ ਇੱਕ ਦੇਖੋ ਵੈਸੇ ਬੜੀ ਅੱਛੀ ਗੱਲ ਕੀ ਹੁੰਦੀ ਹੈ, ਵੈਸੇ ਆਮ ਲੋਕਾਂ ਨੂੰ ਕਿਵੇਂ ਜੀਐਸਟੀ ਸਮਝ ਨਹੀਂ ਆਉਂਦਾ, ਸਾਡੇ ਵਰਗਾਂ ਨੂੰ ਸਮਝਣਾ ਥੋੜਾ ਔਖਾ ਹੁੰਦਾ ਹੈ, ਤੇ ਪੈਨਲ ਤਾਂ ਐਕਸਪਰਟ ਹੈ, ਪਰ ਸਾਨੂੰ ਸਮਝਣਾ ਔਖਾ ਹੁੰਦਾ। ਮੈਂ ਜੀਐਸਟੀ ਦੀ ਇੱਕ ਸੌਖੀ ਜਿਹੀ ਗੱਲ ਦੱਸਦਾ, ਮੈਂ ਇੱਕ ਬਿਜ਼ਨਸਮੈਨ ਆ ਔਰ ਮੈਂ ਬਿਜ਼ਨਸਮੈਨ ਪੰਜਾਬ 'ਚ ਬਹੁਤ ਚੰਗਾ ਆਪਣਾ ਬਿਜ਼ਨਸ ਖੜਾ ਕਰ ਲੈਣਾ। ਮੈਨੂੰ ਲੱਗਦਾ ਕਿ ਮੈਨੂੰ ਹੁੰਗਾਰਾ ਮਿਲਦਾ ਰਾਜਸਥਾਨ ਤੋਂ, ਮੈਨੂੰ ਹੁੰਗਾਰਾ ਮਿਲਦਾ ਗੁਜਰਾਤ ਤੋਂ, ਮੈਂ ਉੱਥੇ ਜਾ ਕੇ ਆਪਣਾ ਕੰਮ ਸ਼ੁਰੂ ਕਰ ਦੇਣਾ, ਪਰ ਮੈਨੂੰ ਬਾਅਦ 'ਚ ਰਿਅਲਾਈਜ਼ ਹੁੰਦਾ ਕਿ ਉੱਥੇ ਦੇ ਟੈਕਸਿਸ ਦੀ ਹੋਰ ਬਹੁਤ ਕੁਛ ਹੈ, ਉੱਥੇ ਬੜੇ ਸਾਰੇ ਸਟੇਟਸ ਦੇ ਲੋਕਲ ਲਾਜ਼ ਨੇ ਜਿਹੜੇ ਕਿ ਮੈਨੂੰ ਕੰਪਲਾਇੰਸ ਕਰਨੀ ਪੈਣੀ ਹੈ, ਡਾਕੂਮੈਂਟੇਸ਼ਨ ਕਰਨੀ ਪੈਣੀ ਹੈ, ਕੁਝ ਪੈਸੇ ਦੇਣੇ ਪੈਣੇ, ਪੈਸੇ ਮਤਲਬ ਸਰਕਾਰ ਨੂੰ ਦੇਣੇ ਪੈਣੇ ਆ। ਸੋ ਇਹ ਚੀਜ਼ ਜਿਹੜੀ ਹੈ ਇੱਕ ਯੂਨੀਫਾਰਮਿਟੀ ਲੈ ਆਏਗੀ, ਯੂਨੀਫਾਰਮਿਟੀ ਲੈਗੀ ਤੇ ਨਾਲ ਜਿਹੜੇ ਮੈਂ ਇੱਕ ਮੰਨਾਂਗਾ ਕਿ ਜਿਹੜਾ ਲੋਕ ਕਹਿਣਗੇ ਵੱਡੇ ਬਿਜ਼ਨਸਮੈਨ ਨੂੰ ਫਾਇਦਾ ਹੋਏਗਾ, ਮੈਂ ਕਹਿੰਦਾ ਜਿਹੜਾ ਛੋਟਾ ਬਿਜ਼ਨਸਮੈਨ ਵੀ ਹੈ ਜਿਹੜਾ ਆਪਣੇ ਆਪ ਨੂੰ ਪੂਰੇ ਦੇਸ਼ ਨਾਲ ਐਕਸਪੈਂਡ ਕਰਨਾ ਚਾਹੁੰਦਾ ਹੈ, ਉਹ ਇੱਕ ਸਟੇਟ 'ਚ ਬੈਠਾ, ਤੁਹਾਨੂੰ ਇਹ ਪਤਾ ਕਿ ਇਹ ਲਾਅ ਯੂਨੀਫਾਰਮਲੀ ਪੂਰੇ ਇੰਡੀਆ 'ਚ ਇੰਪਲੀਮੈਂਟ ਹੋਏਗਾ, ਕਿਤੇ ਨਾ ਕਿਤੇ ਇਹਦਾ ਵੀ ਉਹਨੂੰ ਐਡਵਾਂਟੇਜ ਮਿਲੇਗਾ। ਮੈਂ ਇੱਕ ਬ੍ਰੇਕ ਲੈਣੀ ਹੈ ਛੋਟੀ ਜੀ, ਬ੍ਰੇਕ ਤੋਂ ਬਾਅਦ ਆ ਕੇ ਅਸੀਂ ਇਸ ਚਰਚਾ ਨੂੰ ਅੱਗੇ ਵਧਾਵਾਂਗੇ ਔਰ ਇਸ ਦੇ ਹੋਰ
ਜਿਹੜੇ ਪਹਿਲੂ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਬਹੁਤ ਛੋਟਾ ਜਿਹਾ ਬ੍ਰੇਕ, ਜਲਦੀ ਵਾਪਸ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਅਸੀਂ ਚਰਚਾ ਕਰ ਰਹੇ ਹਾਂ GST ਦੇ ਮੁੱਦੇ ਤੇ, ਜਿਸ ਦੇ ਵਿੱਚ ਹੁਣ ਆਖਰੀ ਜਿਹੜੇ ਦੌਰ ਦੀ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ ਔਰ ਉਮੀਦ ਹੈ ਕਿ ਅਗਲੇ ਦਿਨਾਂ ਦੇ ਵਿੱਚ ਇਸ ਤੇ ਇੱਕ ਆਮ ਸਹਿਮਤੀ ਬਣ ਸਕੇਗੀ। ਹਾਲਾਂਕਿ ਕੁਝ ਕਲੌਜ਼ਸ ਹੈ ਨੇ ਜਿਨ੍ਹਾਂ ਦੇ ਵਿੱਚ ਕਨਫਿਊਜ਼ਨਸ ਨੇ ਔਰ ਉਸ ਨੂੰ ਲੈ ਕੇ ਸਰਕਾਰ ਕੋਸ਼ਿਸ਼ ਕਰ ਰਹੀ ਹੈ ਇੱਕ ਆਮ ਰਾਏ ਬਣਾਉਣ ਦੀ। ਵਿਸ਼ੇਸ਼ ਸਾਹਿਬ ਜਿਹੜੀਆਂ ਗੱਲਾਂ ਇਹ ਕਰ ਰਹੇ ਨੇ, ਜਾਂ ਇੱਕ ਇਸ ਚੀਜ਼ ਨੂੰ ਵੀ ਦੇਖਿਆ ਜਾਂਦਾ ਵੀ ਟੈਕਸ ਜ਼ਿਆਦਾ ਸਟੇਟਾਂ ਕਿਉਂ ਮਨਾ ਕਰ ਰਹੀਆਂ ਕਿ ਸਲੈਬ ਜ਼ਿਆਦਾ ਨਾ ਹੋਵੇ? ਦੇਖੋ ਮੇਨ ਹੈਗਾ ਕਿ ਜਿਹੜਾ ਸਟੇਟਸ ਨੂੰ ਕੰਪਨਸੇਸ਼ਨ ਦੇਣਾ, ਉਹ ਸੋਚ ਹੈਗੀ ਹੈ ਕੰਪਨਸੇਸ਼ਨ ਦਾ ਜਿਹੜਾ ਪੈਸਾ ਆਣਾ ਉਹ GST ਦੇ ਵਿੱਚੋਂ ਹੀ ਨਿਕਲ ਕੇ ਆਵੇ। ਇਹ ਨਹੀਂ ਹੋਣਾ ਚਾਹੀਏ ਕੋਈ ਹੋਰ ਸਟੇਟਾਂ ਨੂੰ ਸਰਚਾਰਜ ਲਾਉਣ ਦੀ ਨਾ, ਸਟੇਟਸ ਨੂੰ ਨਹੀਂ, GST ਦੇ ਮੈਕੈਨਿਜ਼ਮ ਦੇ ਵਿੱਚੋਂ ਵੀ ਨਿਕਲ ਕੇ ਆਵੇ। ਇਹ ਨਹੀਂ ਕਿਸੇ ਹੋਰ, ਇਹ ਨਹੀਂ ਹੋਣਾ ਚਾਹੀਦਾ ਕਿ ਇਨਕਮ ਟੈਕਸ ਵਾਲਾ ਪੈਸਾ ਇੱਥੇ ਕੰਪਨਸੇਸ਼ਨ ਲਈ ਯੂਜ਼ ਹੋ ਰਿਹਾ ਜਾਂ ਕਸਟਮ ਵਾਲਾ ਹੋ ਰਿਹਾ। GST ਦੇ ਕਲੈਕਸ਼ਨ ਦੇ ਵਿੱਚੋਂ ਹੀ ਕੰਪਨਸੇਸ਼ਨ ਦਿੱਤੀ ਜਾਵੇ। ਤੇ ਹੁਣ ਕੰਪਨਸੇਸ਼ਨ ਦੇਣ ਦੇ ਕਈ ਤਰੀਕੇ ਨੇ, ਕਿੱਦਾਂ ਇਕੱਠਾ ਕਰਨਾ ਪੈਸਾ। ਇੱਕ ਤਰੀਕਾ ਹੈਗਾ ਸੈਸ ਲਗਾ ਦਿਓ, ਐਡੀਸ਼ਨਲ ਟੈਕਸ ਲਾ ਦਿਓ, ਕਿਉਂਕਿ ਬਹੁਤ ਸਾਰੀਆਂ ਕੁਝ ਚੀਜ਼ਾਂ ਇੱਥੇ ਆਪਣੇ ਟੈਕਸ ਦੇ ਵਿੱਚ 100% ਤੋਂ ਉੱਪਰ ਵੀ ਟੈਕਸ ਲੱਗ ਰਿਹਾ, ਆਪਣੇ ਪਤਾ ਨਹੀਂ ਹੈ। ਜੇ ਅਸੀਂ ਗੱਲ ਕਰ ਲਈਏ ਸਿਗਰਟ ਤੰਬਾਕੂ ਦੀ, 115% ਟੈਕਸ ਲੱਗ ਰਿਹਾ ਅੱਜ ਦੀ ਡੇਟ ਵਿੱਚ। 81% ਹੈਗਾ ਸੈਨਵੈਟ, ਸੈਂਟਰਲ ਐਕਸਾਈਜ਼, ਤੇ 30% ਤੇ 10% ਸਰਚਾਰਜ, 33% ਲਗਾ ਰਹੇ ਅਸੀਂ ਪੰਜਾਬ ਦਾ ਵੈਟ। ਕਾਰਾਂ ਦੀ ਗੱਲ ਕਰ ਲਈਏ, ਕੋਈ 45% ਦੇ ਕਰੀਬ ਟੈਕਸ ਲੱਗਦਾ ਪਿਆ ਅੱਜ ਦੀ ਡੇਟ 'ਚ। 30% ਦੇ ਕਰੀਬ ਐਕਸਾਈਜ਼ ਆ ਤੇ ਇਦਾਂ ਹੀ ਆਪਣਾ ਵੈਟ ਵੀ ਲੱਗਦਾ ਪਿਆ। ਬੜੀਆਂ ਚੀਜ਼ਾਂ ਹੈਗੀਆਂ, ਕੋਲਡ ਡਰਿੰਕਸ ਨੇ, ਮਿਨਰਲ ਵਾਟਰ ਹੈ, ਇਹ ਚੀਜ਼ਾਂ ਇਦਾਂ ਦੀਆਂ ਜਿਨ੍ਹਾਂ ਤੇ ਅਸੀਂ ਹੈਵੀ ਟੈਕਸ ਲਗਾ ਕੇ ਕੰਪਨਸੇਟ ਕਰਦੇ ਹਾਂ। ਇੱਕ ਤਰੀਕਾ ਤਾਂ ਲਗਾ ਲਈਏ ਸੈਸ ਲਗਾ ਦਈਏ, ਇੱਕ ਤਰੀਕਾ ਕੰਪਨਸੇਸ਼ਨ ਪੈਸਾ ਇਕੱਠਾ ਕਰਨ ਲਈ। ਪਰ ਆਪਾਂ ਕਨਸਟੀਟਿਊਸ਼ਨ ਅਮੈਂਡਮੈਂਟ ਜਿਹੜਾ ਬਿੱਲ ਲੈ ਕੇ ਆਏ, ਐਕਟ ਬਣਾਇਆ, ਉਹਦੇ ਵਿੱਚ ਅਸੀਂ ਖਾਸ ਤੌਰ ਤੇ ਲਿਖਿਆ ਸੈਸ ਨਹੀਂ ਲਗਾਵਾਂਗੇ ਅਸੀਂ ਕੋਈ ਵੀ। ਜੇ ਲਗਾਵਾਂਗੇ ਅਕੇਲਾ ਤੰਬਾਕੂ ਤੇ ਲਾਵਾਂਗੇ ਜਾਂ ਇਨਵਾਇਰਮੈਂਟਲ ਸੈਸ ਲੱਗੇਗਾ। ਉਹ ਕੌਨਸੀ ਜਿਹੜਾ ਹੁਣੇ ਵਾਸਤੇ ਬਣਾ ਕੇ ਹਟਿਆ ਉਹਦੇ ਚ ਲਿਖਿਆ, ਤੇ ਅਸੀਂ ਹੁਣ ਉਸ ਤੋਂ ਬਾਹਰ ਕਿੱਦਾਂ ਜਾ ਸਕਦੇ ਹਾਂ? ਉਹ ਵੀ ਗਲਤ ਹੈ। ਹੁਣ ਤੱਕ ਅਸੀਂ ਸਭ ਨੂੰ ਪੜ੍ਹਾਉਂਦੇ ਆਏ, ਕੁਝ ਸਾਰੇ ਟੈਕਸ ਅਸੀਂ ਮਰਜ ਕਰ ਦਾਂਗੇ, ਹੁਣ ਅਸੀਂ ਦੁਬਾਰਾ ਸੈਸ ਦੀ ਗੱਲ ਕਰਨੀ ਸ਼ੁਰੂ ਕਰ ਦਈਏ। ਜੀ ਇੱਕ ਚੀਜ਼ ਮੈਂ ਕਹਿਣਾ ਚਾਹਾਂਗਾ, ਜਿਹੜੀ ਜੋਸ਼ੀ ਸਾਹਿਬ ਨੇ ਕਹੀ ਕਿ ਡਾਕੂਮੈਂਟੇਸ਼ਨ ਕੱਟ ਜਾਏਗੀ, ਮੈਂ ਪੂਰੀ ਤਰ੍ਹਾਂ ਇਤਫਾਕ ਨਹੀਂ ਰੱਖਦਾ। 10 ਵਿੱਚੋਂ 2 ਪੇਪਰ ਕੱਟਣ ਨਾਲ 8 ਫਿਰ ਵੀ ਰਹਿ ਜਾਂਦੇ ਆ। ਐਜ਼ ਲੌਂਗ ਐਜ਼ ਸਟੇਟ ਗਵਰਨਮੈਂਟ ਐਂਡ ਸੈਂਟਰਲ ਗਵਰਨਮੈਂਟ ਪ੍ਰੀਵਿਊ 'ਚ ਇਹ ਚੀਜ਼ ਰਹੇਗੀ। ਹਾਲੇ ਤੱਕ ਜੇਟਲੀ ਸਾਹਿਬ ਨੇ ਇਹ ਚੀਜ਼ ਬਿਲਕੁਲ ਅਲਾਉ ਨਹੀਂ ਕੀਤੀ, ਜਿਹਦੇ 'ਚ ਹਾਲੇ ਵੀ ਬੋਥ ਪਾਰਟੀਜ਼ ਦੀ ਡਿਫਰੈਂਸਸ ਹੈਗੇ ਹੈ। ਸਟੇਟ ਕਹਿੰਦੀ ਕਿ ਤੁਹਾਡਾ ਤੇ ਪ੍ਰੀਵਿਊ ਨਹੀਂ ਰਹੇਗਾ, ਪਰ ਉਹਨਾਂ ਨੇ ਇਹ ਕਿਹਾ ਕਿ ਕੱਲ ਪਾਰਲੀਮੈਂਟ 'ਚ ਜਦ ਮੇਰੇ ਤੋਂ ਫਿਗਰ ਪੁੱਛੇ ਜਾਣਗੇ ਤਾਂ ਮੈਨੂੰ ਫਿਗਰ ਵੀ ਦੇਣੇ ਪੈਣਗੇ। ਇਸ ਕਰਕੇ ਉਹਨਾਂ ਨੇ ਇਹ ਚੀਜ਼ ਪ੍ਰਪੋਜ਼ ਕੀਤੀ ਜੀ ਕਿ ਸਾਡੇ ਕੋਲ ਸਿਰਫ ਟਰੈਕਿੰਗ ਹੋਏਗੀ, ਤੁਸੀਂ ਡੇ ਟੂ ਡੇ ਦੇਖੋਗੇ। ਮੇਰੇ ਖਿਆਲ ਨਾਲ ਇਹ ਚੀਜ਼ ਠੀਕ ਨਹੀਂ ਹੈਗੀ ਹੈ। 160 ਕੰਟਰੀ ਨੇ ਐਕਸੈਪਟ ਕੀਤਾ ਜੀ GST। ਇੰਡੀਆ ਕਿੰਨਾ ਪਿੱਛੇ ਤੁਸੀਂ ਇਹ ਪਹਿਲਾਂ ਸੋਚ ਸਕਦੇ ਹੋ। 160 ਕੰਟਰੀਜ਼ ਔਰ 62 ਸਾਲ ਅਸੀਂ ਪਿੱਛੇ ਪਹਿਲੀ ਕੰਟਰੀ ਤੋਂ। ਮੇਨ ਗੱਲ ਮੈਂ ਇਹ ਕਹਿਣਾ ਚਾਹ ਰਿਹਾ ਜੀ, ਅੱਜ ਦੀ ਡੇਟ 'ਚ ਇਨਕਮ ਟੈਕਸ ਡਿਪਾਰਟਮੈਂਟ ਸੈਂਟਰਲ ਗਵਰਨਮੈਂਟ ਦਾ ਟੈਕਸ ਹੈ, ਸੈਂਟਰਲ ਗਵਰਨਮੈਂਟ ਦੇ ਪ੍ਰੀਵਿਊ ਤੇ ਆਉਂਦਾ, ਸਟੇਟ ਗਵਰਨਮੈਂਟ ਦੀ ਇਹਦੇ 'ਚ ਕੋਈ ਅਥਾਰਟੀ ਨਹੀਂ ਹੈ। ਅਲਟੀਮੇਟਲੀ ਜਦ ਤੱਕ ਇੰਡੀਆ 'ਚ ਇੱਕ ਅਥਾਰਟੀ ਨਹੀਂ ਹੋਏਗੀ, ਇੱਕ ਜਗ੍ਹਾ ਕੰਟਰੋਲ ਨਹੀਂ ਹੋਏਗਾ, ਬਾਈਫਰਕੇਸ਼ਨ ਚੰਗਾ ਨਹੀਂ ਹੋਏਗਾ। ਦੂਜੀ ਚੀਜ਼ ਮੈਂ ਕਹਿਣਾ ਚਾਹੁੰਦਾ, ਮੋਦੀ ਸਰਕਾਰ ਦਾ ਇੱਕ ਸਟ੍ਰੈਸ ਹੈਗਾ ਗਲੋਬਲੀ ਈਜ਼ ਆਫ ਡੂਇੰਗ ਬਿਜ਼ਨਸ ਇੰਡੈਕਸ ਦੇ ਵਿੱਚ ਉਹ ਆਪਣੇ ਉੱਤੇ ਜਾਣਾ ਚਾਹੁੰਦੀ ਹੈ, ਔਰ ਅਸੀਂ ਕਾਫੀ ਵੱਡੀ ਛਲਾਂਗ ਵੀ ਪਾਈ ਹੈ। ਉਹ ਏੜੀ ਚੋਟੀ ਦਾ ਜ਼ੋਰ ਲਾ ਦੇਣਗੇ, ਚਾਹੇ ਕਿਸੇ ਸਟੇਟ ਨੂੰ ਖੁਸ਼ ਕਰਨਾ ਪੈਂਦਾ, ਚਾਹੇ ਮਮਤਾ ਬੈਨਰਜੀ ਹੋ ਚਾਹੇ UP, ਉਹ 1 ਅਪ੍ਰੈਲ ਨੂੰ ਲਿਆ ਕੇ ਲੈਣਗੇ। ਇਹ ਪੋਲੀਟੀਕਲ ਮੈਟਰ ਵੀ ਹੈਗਾ। ਬਟ ਦੂਜੀ ਚੀਜ਼ ਮੇਰੀ ਇਸ ਦੇ ਵਿੱਚ ਹੈ ਐਂਗਲ, ਕਿਉਂਕਿ ਇਲੈਕਸ਼ਨ ਕਿਸੇ ਨਾ ਕਿਸੇ ਸਟੇਟ ਮੇਰੇ ਹਿਸਾਬ ਨਾਲ ਸਰ ਸਟੇਟ ਗਵਰਨਮੈਂਟ ਦਾ ਜਿਹੜਾ ਪ੍ਰੀਵਿਊ ਹੈਗਾ, ਇਹ ਮੇਰੇ ਖਿਆਲ ਨਾਲ ਇੱਕ ਕੰਫਰਟ ਫੈਕਟਰ ਨਹੀਂ ਦਿੰਦਾ। ਇਹਦੇ ਵਿੱਚ ਕੁਝ ਸਟੇਟਸ ਹੈਗੀਆਂ, ਪਾਰਟਿਕੂਲਰਲੀ ਵੈਸਟ ਬੰਗਾਲ, ਜਿਨ੍ਹਾਂ ਨੇ ਕਿਹਾ ਕਿ ਅਸੀਂ ਕੁਝ ਲੈਵਲ ਆਫ ਬਿਜ਼ਨਸ ਤੱਕ ਜਿਹੜਾ 1.5 ਕਰੋੜ ਸਾਡੇ ਟੈਕਸ ਕੰਸਲਟੈਂਟ ਸਾਹਿਬ ਬਸ਼ੀਰ ਸਾਹਿਬ ਦੱਸ ਰਹੇ ਸੀਗੇ ਕਿ ਉਹ ਪਰਵਿਸ਼, ਕਿਉਂਕਿ ਉਹ ਹਲੇ ਵੀ ਕੰਟਰੋਲ ਚਾਹੁੰਦੇ ਆ। ਕੰਟਰੋਲ ਦਾ ਮੀਨਿੰਗ ਤੁਸੀਂ ਪੋਜ਼ਿਟਿਵ ਔਰ ਨੈਗੇਟਿਵ ਕਿਸੇ ਐਂਗਲ ਵਿੱਚ ਨਹੀਂ ਲਗਾ ਸਕਦੇ ਹੋ, ਜਦਕਿ ਮੈਕਸਿਮਮ ਇਹਦਾ ਕਨੋਟੇਸ਼ਨ ਨੈਗੇਟਿਵ ਹੀ ਨਿਕਲ ਕੇ ਆਉਂਦਾ ਹੈ। ਮੇਰੇ ਖਿਆਲ ਨਾਲ ਇਹ ਗ੍ਰੈਜੂਅਲੀ, ਜੇ ਅੱਜ ਨਹੀਂ ਹੈ, ਇੱਕ ਪੇਪਰ ਦੇ ਵਿੱਚ ਆਉਣਾ ਚਾਹੀਦਾ ਕਿ ਇੱਕੋ ਚੀਜ਼ ਕਰਨੀ ਚਾਹੀਦੀ। ਦੇਖੋ ਆਪਣਾ ਜੋ ਕਨਸਟੀਟਿਊਸ਼ਨ ਆਪਣਾ ਦੇਸ਼ ਬਣਾਇਆ, ਐਸੇ ਫੈਡਰਲ ਸਟਰਕਚਰ ਬਣਾਇਆ, ਸਟੇਟਸ ਦੇ ਰਾਈਟਸ ਨੇ ਆਪਣੇ, ਤੇ ਸਟੇਟਸ ਕੋਲ ਕੋਈ ਫਿਸਕਲ ਆਟੋਨੋਮੀ ਹੋਣੀ ਚਾਹੀਦੀ ਹੈ। ਜੇ ਅਸੀਂ ਸਟੇਟ ਕੋਲ ਫਿਸਕਲ ਆਟੋਨੋਮੀ ਉਹਦੇ ਕੋਲ ਛੀਨ ਲਾਂਗੇ ਤਾਂ ਸਟੇਟ ਚਲੇਗੀ ਕਿੱਦਾਂ? ਇਹ ਨਹੀਂ ਹੋਣਾ ਚਾਹੀਦਾ ਹਰ ਚੀਜ਼ ਵਾਸਤੇ ਸਟੇਟ ਸੈਂਟਰ ਕੋਲੋਂ ਆਪਣਾ ਕਟੋਰਾ ਲੈ ਕੇ ਜਾਣਾ। ਪੰਜਾਬ ਵਾਲੇ ਤੇ ਪਹਿਲੇ ਹੀ ਮੋਰਚੇ ਲਾਉਂਦੇ ਫਿਰਦੇ ਆ ਕਿ ਸਾਡਾ ਫੈਡਰਲ ਸਟਰਕਚਰ ਜਿਹੜਾ ਹੈ ਉਸ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਵਸ਼ਿਸ਼ ਸਾਹਿਬ ਦੀ ਗੱਲ ਨੂੰ ਐਡ ਕਰਾਂਗਾ ਐਂਡ ਮੈਂ ਦੈਨ ਆਈ ਲੀਵ ਦ ਫਲੋਰ ਟੂ ਅਦਰ ਪੈਨਲਿਸਟ। ਬਿਲਕੁਲ ਠੀਕ ਕਹਿ ਰਹੇ ਹੋ, ਸਾਡਾ ਫੈਡਰਲ ਸਟਰਕਚਰ ਹੈਗਾ, ਪਰ ਸਾਡੇ ਫੈਡਰਲ ਸਟਰਕਚਰ 'ਚ ਫਲॉज ਜਿੰਨੇ ਨੇ, ਸ਼ਾਇਦ ਫੈਡਰਲ ਵਰਡ ਤੋਂ ਬਹੁਤ ਵੱਡੇ ਵੱਡੇ ਅਕਸ਼ਰਾਂ 'ਚ ਬੋਲਡ 'ਚ ਲਿਖੇ ਜਾ ਸਕਦੇ ਨੇ। ਮੇਰਾ ਪੁਆਇੰਟ ਇਹ ਹੈਗਾ ਸਰ, ਇਹ
ਕੋਈ ਬਲੈਕ ਐਂਡ ਵਾਈਟ ਨਹੀਂ ਹੈ ਕਿ ਉਹਨਾਂ ਦੇ ਕੋਲ ਪਾਵਰ ਨਹੀਂ। ਅੱਜ ਵੀ ਕੰਪਨਸੇਸ਼ਨ ਆਈ ਤਾਂ ਮਹਾਰਾਸ਼ਟਰ ਨੂੰ ਸਭ ਤੋਂ ਜ਼ਿਆਦਾ ਕੰਪਨਸੇਸ਼ਨ ਦਿੱਤੀ ਗਈ ਹੈ, ਨਾਰਥ ਈਸਟ ਸਟੇਟ ਨੂੰ 100 ਕਰੋੜ ਹੈ, ਉੱਥੇ 72,000 ਕਰੋੜ ਹੈ, ਜੇ ਮੈਂ ਫਿਗਰ ਠੀਕ ਕਹਿ ਰਿਹਾ ਹੈਗਾ। ਇਹ ਗੱਲ ਨਹੀਂ ਹੈਗੀ ਹੈ, ਇਹ ਬਲੈਕ ਐਂਡ ਵਾਈਟ 'ਚ ਡੀਮਾਰਕ ਹੋਏਗੀ। ਸਿੰਪਲ ਜਿਹਾ ਸਵਾਲ ਹੈ ਜੀ, ਇਨਕਮ ਟੈਕਸ ਇਕੱਠਾ ਹੁੰਦਾ ਕਿ ਸਾਰੀ ਪੈਸਾ ਸੈਂਟਰਲ ਗਵਰਨਮੈਂਟ ਆਪਣੀ ਜੇਬ 'ਚ ਪਾ ਲੈਂਦੀ ਹੈ? ਆਫਟਰ ਆਲ ਇੱਕ ਫਾਰਮੂਲਾ ਬਣਿਆ ਹੋਇਆ, ਤੁਹਾਨੂੰ ਇਸ ਸਟੇਟ 'ਚ ਇੰਨਾ ਪਾਣਾ ਪਏਗਾ, ਨੈਸ਼ਨਲ ਕਲੈਮਿਟੀ ਹੋਏਗਾ ਤੁਹਾਨੂੰ ਇੰਨਾ ਦੇਣਾ ਪਏਗਾ। ਸਿਮਿਲਰਲੀ ਇਹਦੇ ਵਿੱਚ ਵੀ ਇਹ ਚੀਜ਼ ਹੋਈ। ਅੱਛਾ, ਦੂਜਾ ਸਵਾਲ ਇਹ ਖੜਾ ਹੁੰਦਾ 1.5 ਕਰੋੜ ਦੇ ਬਾਅਦ ਤਾਂ ਆਫਟਰ ਆਲ ਸੈਂਟਰਲ ਗਵਰਨਮੈਂਟ ਹੀ ਕਰੇਗੀ, ਤੇ ਫਿਰ ਫਿਸਕਲ ਆਟੋਨਮੀ ਆਫ ਦ ਸਟੇਟ ਨੂੰ ਕੀ ਹੋਏਗਾ? ਤੇ ਸਰ ਇਹ ਨਹੀਂ, ਫਿਰ ਇੰਨੇ ਨਾਲ ਇਹ ਤੇ ਰਹਿ ਜਾਂਦਾ ਨਾ ਵੀ ਚਲੋ ਕੁਝ ਤੇ ਉਹਨਾਂ ਦੇ ਕੋਲ ਰਹਿ ਗਿਆ ਨਾ, ਪੂਰੀ ਦੀ ਪੂਰੀ ਪਾਵਰ ਤਾਂ ਨਹੀਂ ਲੈ ਲਈ ਨਾ ਇਸ ਦੇ ਵਿੱਚ। ਕਿਉਂ ਸ਼ਰਮਾ ਜੀ ਤੁਸੀਂ ਕੀ ਦੱਸਾਂ ਜੀ ਜੀ ਜਿੰਨਾ ਮਰਜ਼ੀ ਕਰ ਲੈਣਾ, GST ਲੱਗ ਗਿਆ, ਸਟੇਟ ਗਵਰਨਮੈਂਟ ਨੇ ਕੁਛ ਨਾ ਕੁਛ ਪੈਸੇ ਇਕੱਠੇ ਕਰਨ ਦਾ ਬਹਾਨਾ ਜ਼ਰੂਰ ਆਣਾ। ठीक है, सेंट्रल गवर्नमेंट ने किया जीएसटी के अलावा कोई नहीं टैक्स लगा, लेकिन स्टेट गवर्नमेंट को बड़ी पावर है, उन्होंने इनहेरेंट पावर है, उन्हें किसी म्यूनसिपल कारपोरेशन के थ्रू टैक्स लगा देना, किसी पंचायत के थ्रू लग जाना, उत्थे कौन बंद करेगा? वो भी सब बंद करती है जी, कोई बंद नहीं है। हो गए नो, बिल्कुल नहीं बंद। नो, बिल्कुल तुम आराम ना पढ़ो। नहीं विशेष साहब, मैं आई डोंट एग्री, बड़े बड़े इंटेलेक्चुअल दे विच आर्टिकल आ रहे हैं पेपर भी, वो उस वजह ना उन्होंने रास्ता करना, क्योंकि स्टेट गवर्नमेंट ने भुखा तो मरना नहीं। महंगाई कितनी हो गई है, मिनिमम अगे 5% टैक्स वो भी 6% हो गया, और 12 की जगह 18 भी करता, मैक्सिमम 18 च आ गया। सी चीज़ां महंगियां होनी, पहले 2-3 साल महंगियां होनी, गवर्नमेंट कहती है जी इन्फ्लेशन ना हो, इन्फ्लेशन तो ऑटोमेटिकली हो जानी है, बट दैट इज अ डिफरेंट मुद्दा। ਜਿਹੜਾ ਅੱਜ ਮੁੱਦਾ ਹੈਗਾ ਉਹ ਰੇਟ ਆਫ ਟੈਕਸ, ਬਟ ਜ਼ਿਆਦਾ ਰੇਟ ਆਫ ਟੈਕਸ ਨੂੰ ਟੈਕਸ ਚੋਰੀ ਦੇ ਤੌਰ ਤੇ ਵੀ ਤੇ ਦੇਖਿਆ ਜਾਂਦਾ। ਜੇ ਤੁਸੀਂ ਰੇਟ ਘੱਟ ਰੱਖੋਗੇ ਤਾਂ ਚੋਰੀ ਨਹੀਂ ਹੋਏਗੀ, ਉਨਾ ਹੀ ਰੈਵਨਿਊ ਜ਼ਿਆਦਾ ਆ ਜਾਏਗਾ। ਨਹੀਂ ਸਰ, ਐਸਾ ਹੈ ਚੋਰੀ ਜਿਹੜੀ ਹੈ ਨਾ, ਇਹ 4 ਬੰਦੇ ਜੇ ਕਰਦੇ ਆ 96 ਨਹੀਂ ਕਰਦੇ, ਉਹ ਸਾਰਿਆਂ ਨੂੰ ਚੋਰ ਸਮਝਦੇ ਆ ਨਾ, ਡਿਪਾਰਟਮੈਂਟ ਵਾਲੇ ਸਾਰਿਆਂ ਨੂੰ ਚੋਰ ਸਮਝਦੇ ਆ। ਇੱਥੇ ਆਨੈਸਟੀ ਪ੍ਰੂਵ ਕਰਨੀ ਮੁਸ਼ਕਲ ਹੋ ਰਹੀ ਹੈ, ਇਹ ਸੱਚੀ ਗੱਲ ਹੈ। ਹਰ ਬਿਜ਼ਨਸਮੈਨ ਨੂੰ ਚੋਰ ਸਮਝਿਆ ਜਾਂਦਾ ਇੰਡੀਆ 'ਚ, ਉਹ ਆਨੈਸਟੀ ਪ੍ਰੂਵ ਕਰਨੀ ਬੜੀ ਹੋ ਰਹੀ ਹੈ। ਅਸੀਂ ਪ੍ਰੋਫੈਸ਼ਨਲ ਬੰਦੇ, ਅਸੀਂ ਆਪ ਦੇਖਦੇ ਪਏ ਆ, ਅਸੀਂ ਗਵਰਨਮੈਂਟ ਦੇ ਅਗੇਂਸਟ ਨਹੀਂ ਆ ਜਾਂ ਡਿਪਾਰਟਮੈਂਟ ਦੇ ਅਗੇਂਸਟ ਨਹੀਂ ਆ, ਪਰ ਕਈ ਚੀਜ਼ਾਂ ਐਸੀਆਂ ਹੋ ਗਈਆਂ, ਹਰ ਬਿਜ਼ਨਸਮੈਨ ਨੂੰ ਗਵਰਨਮੈਂਟ ਸੋਚਦੀ ਹੈ, ਅਫਸਰ ਦੀ ਡਿਊਟੀ ਲੱਗਦੀ ਹੈ ਇੰਨੇ ਪੈਸੇ ਇਕੱਠੇ ਕਰਨੇ ਆ, ਬੈਰੀਅਰ ਤੇ 2 ਕਰੋੜ ਰੁਪਈਆ ਇਕੱਠਾ ਕਰਨਾ, ਜਿੱਦਾਂ ਮਰਜ਼ੀ ਕਰੋ ਬਾਈ, ਹੋ ਪਨਲਟੀਆਂ ਲਾ ਕੇ ਕਰਨਗੇ, ਔਰ ਚ ਪੈਸੇ ਇਕੱਠੇ ਕਰਨਗੇ, 100% ਪਨਲਟੀ ਲੱਗੀ ਹੈ, ਔਰ ਤੁਸੀਂ ਬੈਂਕ ਗਰੰਟੀ ਦੋਗੇ 25%। ਚਲੋ ਜੇ ਤੁਸੀਂ ਹਾਇਰ ਟੈਕਸ ਲਾਤੇ ਫਿਰ ਤੇ ਸਿੱਧਾ ਹੀ ਹੋ ਗਿਆ ਨਾ ਵੀ ਚਲੋ ਜੀ ਸਾਰੇ ਬੈਰੀਅਰ ਥੋੜਾ ਬੰਦ ਹੋ ਜਾਣਗੇ, ਇੱਕ ਹੀ ਬੰਦ ਥੋੜਾ ਹੋ ਜਾਣਗੇ। ਹਰਾਸਮੈਂਟ ਨਹੀਂ ਇੱਕ ਮਿੰਟ ਮਾੜਾ ਜਿਹਾ ਗਵਰਨਮੈਂਟ ਦਾ ਵਿਊ ਦੇਖੋ ਗੱਲ ਇਹ ਹੈ ਕਿ ਸਟੇਟਸ ਦੇ ਸਾਰੇ ਕੰਸਰਨਸ ਨੂੰ ਦੇਖਦੇ ਹੋਏ ਪੈਟਰੋਲੀਅਮ ਨੂੰ ਔਰ ਅਲਕੋਹਲ ਨੂੰ, ਇਹਨਾਂ ਨੇ ਲਿਕਰ ਨੂੰ ਇਸ ਤੋਂ ਬਾਹਰ ਰੱਖਿਆ ਹੋਇਆ ਹੈ, GST ਨੂੰ ਇਸ ਤੋਂ ਬਾਹਰ ਰੱਖਿਆ ਹੋਇਆ ਹੈ, ਸੋ ਦੈਟ ਕਿਉਂਕਿ ਅੱਜ ਦੀ ਡੇਟ 'ਚ ਕਿਸੇ ਵੀ ਸਟੇਟ ਚਲੇ ਜਾਓ, ਉਹਨਾਂ ਕੋਲ 2 ਰੈਵਨਿਊ ਦੇ ਬਹੁਤ ਕਮਾਈ ਦੇ ਸੋਰਸ ਨੇ, ਇੱਕ ਫਿਊਲ ਜਿਹਨੂੰ ਪੈਟਰੋਲ ਡੀਜ਼ਲ ਤੇਲ ਕਹਿ ਲਓ, ਤੇ ਦੂਜਾ ਕਹਿ ਲਓ ਜਿਹਨੂੰ ਲਿਕਰ ਕਹਿੰਦੇ, ਸ਼ਰਾਬ ਕਹਿੰਦੇ ਨੇ। ਇਹਨਾਂ ਤੇ ਇਹਨਾਂ ਨੂੰ ਬਹੁਤ ਇਹਨਾਂ ਤੋਂ ਬਹੁਤ ਜ਼ਿਆਦਾ ਰੈਵਨਿਊ ਜਨਰੇਟ ਹੁੰਦਾ, ਉਹਨਾਂ ਨੇ ਫਿਲਹਾਲ ਉਹਨੂੰ ਬਾਹਰ ਰੱਖਿਆ ਹੋਇਆ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ कि ਇਹ ਇੱਕ ਬਹੁਤ क्रांतिकारी कदम है, इस च कोई शक नहीं है, कदम इंडिया ने बहुत लेट लिया है, इस च कोई शक नहीं है, इस कदम तो बाद ईज ऑफ डूइंग बिजनेस च ਅਸੀਂ ਬਹੁਤ ਉੱਪਰ ਜਾਵਾਂਗੇ। ਜਿਹੜੇ ਮੇਰੇ ਲੋਕ ਦਰਸ਼ਕ ਜਿਹੜੇ ਬਿਜ਼ਨਸ ਸਪੀਡ ਬ੍ਰੇਕਰ ਬਹੁਤ ਵੱਡੇ ਵੱਡੇ ਨੇ, ਬਿਜ਼ਨਸ ਨਾਲ ਤਾਲੁਕ ਰੱਖਦੇ ਨੇ, ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇੰਡੀਆ ਦੇ ਅੰਦਰ ਬਿਜ਼ਨਸ ਬੂਮ ਹੋਇਆ, ਪੂਰਾ ਵਰਲਡ ਇੰਡੀਆ ਦੇ ਇੰਟਰਸਟਿਡ ਹੋ ਗਿਆ। ਇਸ 'ਚ ਕੋਈ ਸ਼ੱਕ ਨਹੀਂ ਹੈਗਾ, ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸਟੇਟਸ ਨੂੰ ਸੈਟੀਸਫਾਈ ਕਰਕੇ ਉਹਨਾਂ ਦੀ ਇਨਸਿਕਿਉਰਿਟੀ ਖਤਮ ਕਰਕੇ ਇਹਨੂੰ ਇੰਪਲੀਮੈਂਟ ਕਰਨਾ, ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਹੋ ਜਾਏਗਾ। ਵਿਸ਼ੇਸ਼ ਸਾਹਿਬ, ਆਪਾਂ ਜਿਵੇਂ ਇਹਨਾਂ ਨੇ ਕਿਹਾ ਵੀ ਚਲੋ ਸਾਰੇ ਬੰਦੇ ਨਹੀਂ ਟੈਕਸ ਚੋਰੀ ਕਰਦੇ, ਪਰ ਇੱਕ ਬਹੁਤ ਵੱਡਾ ਫੈਕਟਰ ਤੇ ਹੈ ਨਾ ਇਹ ਉਸ ਚੀਜ਼ ਦੇ ਵਿੱਚ ਜਿਹਨੂੰ ਸੋਚ ਕੇ ਸਲੈਬ ਵਿਚਾਰੀ ਜਾ ਰਹੀ ਹੈ। ਸਲੈਬ ਦੇਖੋ, ਹੁਣ ਰੈਵਨਿਊ ਤਾਂ ਇਕੱਠਾ ਕਰਨਾ ਕੰਪਨਸੇਸ਼ਨ ਵਾਸਤੇ, ਜੇ ਸੈਸ ਨਹੀਂ ਲਾਣਾ, ਦੂਜਾ ਹੋ ਸਕਦਾ ਕਿ 4 ਸਲੈਬਾਂ ਹੁਣ ਪ੍ਰਪੋਜ਼ ਕਰਦੇ ਪਏ ਨੇ, ਇੱਕ ਜਾਂ 2 ਸਲੈਬਾਂ ਹੋਰ ਲਗਾ ਦੇਣ, ਲੈ ਦੇ ਕੇ 5 ਜਾਂ 6 ਸਲੈਬਾਂ ਟੋਟਲ ਬਣ ਜਾਣ, ਤਾਂ ਉਹ ਕੰਪਨਸੇਸ਼ਨ ਦਾ ਜਿਹੜਾ ਸੋਰਸ ਹੈ ਉਹ ਰਿਜ਼ੋਲਵ ਹੋ ਜਾਏਗਾ, ਉਹਦੇ ਵਾਸਤੇ ਨਹੀਂ ਹੈ। ਮੇਨ ਮੁੱਦਾ ਜੋ ਰਹਿ ਜਾਂਦਾ ਹੈਗਾ, ਜਿਹੜਾ ਡਿਊਅਲ ਕੰਟਰੋਲ ਹੈ, ਟੈਕਸ ਐਡਮਿਨਿਸਟ੍ਰੇਸ਼ਨ ਕਿਆ ਸੈਂਟਰ ਹੀ ਕਰੇਗੀ ਕਿ ਸਟੇਟ ਵੀ ਕਰਨਗੀਆਂ? ਹਜੇ ਸਟੇਟ ਦੇਖੋ, ਪਹਿਲਾਂ ਗੱਲ ਹੁੰਦੀ ਪਈ ਸੀ, ਅਸੀਂ ਕਰਦੇ ਸੀ ਗੁੱਡਸ ਐਂਡ ਸਰਵਿਸਿਜ਼, ਸਟੇਟ ਕੀ ਚਾਹ ਰਹੀਆਂ? ਦੇਖੋ ਹੁਣ ਅੱਜ ਦੀ ਡੇਟ ਵਿੱਚ ਸੈਂਟਰ ਸੈਲ ਟੈਕਸ ਇੱਕ ਹੈਗਾ 1956 ਤੋਂ ਚੱਲਦਾ ਪਿਆ ਹਿੰਦੁਸਤਾਨ 'ਚ, ਇਹ ਸੈਂਟਰ ਗਵਰਨਮੈਂਟ ਦਾ ਕਾਨੂੰਨ ਹੈ, ਚਲਾਉਂਦੀਆਂ ਪਈਆਂ ਸਟੇਟ, 60 ਸਾਲਾਂ ਤੋਂ ਬਹੁਤ ਵਧੀਆ ਚੱਲਦਾ ਪਿਆ, ਕੋਈ ਚੱਕਰ ਨਹੀਂ ਹੈ, ਸਟੇਟਾਂ ਹੀ ਚਲਾਈ ਜਾ ਰਹੀਆਂ ਸੈਂਟਰ ਨੂੰ ਜਿਹੜਾ ਚਲਾਉਣਾ ਸੀਗਾ, ਤੇ ਇਹ ਵੀ ਚੱਲ ਸਕਦਾ। ਸਟੇਟਾਂ ਨੂੰ ਕਿਉਂ ਸਟੇਟਾਂ ਇਕੱਠਾ ਕਰਕੇ ਉਹਨਾਂ ਨੂੰ ਦੇ ਰਹੀਆਂ, ਬਦਲੇ 'ਚ ਉਹਨਾਂ ਨੂੰ ਜਿਹੜਾ ਡੈਵੋਲੂਸ਼ਨ ਆਫ ਫੰਡਸ ਦੇ ਤੌਰ ਤੇ ਮਿਲ ਜਾਂਦਾ ਹੈ। ਹੁਣ ਦੇਖੋ ਸੈਂਟਰ CST ਦੀ ਜਗ੍ਹਾ ਜਿਹੜਾ ਹੁਣ GST ਦੇ ਅੰਦਰ ਕਾਨੂੰਨ ਲੈ ਕੇ ਆ ਰਹੇ ਆ, ਉਹਨੂੰ ਇੰਟੈਗ੍ਰੇਟਿਡ GST ਕਹਿੰਦੇ ਆ, IGST, ਉਹ ਹੁਣ ਵੀ ਆ ਰਿਹਾ, ਪਰ ਹੁਣ ਉਹ ਸਟੇਟ ਨੂੰ ਹੁਣ ਸੈਂਟਰ ਚਾਹ ਰਿਹਾ ਕਿ ਉਹ ਸੈਂਟਰ ਹੀ ਚਲਾਵੇ, ਉਹਦੇ ਨਾਲ ਸਟੇਟਾਂ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ।
ਤੇ ਨਹੀਂ ਪਰ ਇਹ ਚੀਜ਼ ਤਾਂ ਜਦੋਂ ਕਾਨੂੰਨ ਬਣਿਆ ਸੀਗਾ ਫਿਰ ਉਦੋਂ ਨਹੀਂ ਵਿਚਾਰ ਇਹ ਜੀਐਸਟੀ ਕਾਉਂसिल ਦੇ पॉइंट ने अच्छा। आपस में बैठ के डिस्कस करना। कानून तो ये बनाता है कि स्टेटा और सेंटर को दोनों को पावर आ गई है जीएसटी लगाने दी। अच्छा ਅੱਗੇ ਉਹਨੂੰ ਚਲਾਉਣਾ ਕਿਵੇਂ ਹੈ? ਕਿਵੇਂ ਚਲਾਣਾ ਉਹ ਮੁੱਦੇ ਆ ਗਏ ਨੇ। ਇੰਪਲੀਮੈਂਟੇਸ਼ਨ ਦਾ ਕੁਐਸਚਨ ਆ ਗਿਆ ਨਾ। ਹਾਂ ਜੀਐਸਟੀ ਜਿਹੜਾ ਨਾ ਨਹੀਂ, ਤੁਹਾਨੂੰ ਕੀ ਲੱਗਦਾ ਸਟੇਟਾਂ ਬਿਹਤਰ ਇੰਪਲੀਮੈਂਟ ਕਰ ਸਕਦੀਆਂ ਜਾਂ ਨਹੀਂ ਸੈਂਟਰ? ਸਰ ਦੋ ਚੀਜ਼ਾਂ ਹੂੰ ਜਿਸ ਤਰ੍ਹਾਂ ਆਲਰੇਡੀ ਸਟੇਟਸ ਕਰਾ ਰਹੀਆਂ ਨਾ ਵੈਟ ਨੂੰ ਚਾਹੀਏ ਮਤਲਬ ਸੇਲ ਟੈਕਸ ਹੀ ਹੋ ਜਾਏਗਾ ਫਿਰ ਵੈਟ ਆ ਗਿਆ ਵੈਟ ਦੀ ਜਗ੍ਹਾ ਹੁਣ ਜੀਐਸਟੀ ਆ ਜਾਏਗਾ ਅਪ੍ਰੈਲ ਤੋਂ ਪਰਮਾਤਮਾ ਕਰੇ ਅਪ੍ਰੈਲ ਤੋਂ ਆ ਹੀ ਜਾਏ ਲੇਕਿਨ ਆ ਵਿਦ ਸਰਟਨ ਮੋਡੀਫਿਕੇਸ਼ਨ ਆ ਜਾਏ ਲੋਕਾਂ ਨੇ ਤਦ ਹੀ ਗਵਰਨਮੈਂਟ ਇਹਦੀ ਕੌਂਸਲ ਬਣੀ ਹੈ ਬੜੀ ਪਾਵਰਫੁਲ ਕੌਂਸਲ ਹੈ ਇਹ ਤਦ ਹੀ ਉਹਨਾਂ ਨੇ ਮੀਟਿੰਗ ਜਿਹੜੀ ਪੋਸਟਪੋਨ ਕੀਤੀ ਹੈ ਵੀ ਛੋਟੇ ਛੋਟੇ ਜਿਹੜੇ ਮੁੱਦੇ ਆ ਵੀ ਲੋਕਾਂ ਨੂੰ ਵੀ ਬੈਨੀਫਿਟ ਮਿਲ ਜਾਏ ਤੇ ਸਰਕਾਰ ਦਾ ਵੀ ਨੁਕਸਾਨ ਨਾ ਹੋਏ ਰਿਐਲਿਟੀ ਗਵਰਨਮੈਂਟ ਤੇ ਵਿਸ਼ਵਾਸ ਤੇ ਕਰਨਾ ਹੀ ਚਾਹੀਦਾ ਨਾ ਜਿਹੜੀ ਚਲਾ ਰਿਹਾ ਪਰ ਬੇਸਿਕਲੀ ਹੈ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਜਿਹੜੇ EMPLOYE ਹੈ ਜਿਹੜੇ ਆਲਰੇਡੀ ਵੈਟ ਨੂੰ ਡੀਲ ਕਰਦੇ ਆ ਉਹ ਵੈਟ ਨੂੰ ਜਿਹੜੇ ਹੁਣ GST ਨੂੰ ਡੀਲ ਕਰਨੀ ਸਟੇਟ ਨੂੰ ਉਹ ਕਰਨੇ ਚਾਹੀਦੇ ਅਸੈਸਮੈਂਟ ਉਹੀ ਕਰਨ ਸੈਂਟਰ ਦੀਆਂ ਵੀ ਅਸੈਸਮੈਂਟ ਉਹਨੇ ਕਰਨੀਆਂ ਪਰ ਉਹ ਜਿਹੜਾ ਸਰਵਿਸ ਟੈਕਸ ਦਾ ਡਿਪਾਰਟਮੈਂਟ ਹੈ ਉਹਦੇ ਕੋਲ ਹੈਗਾ ਐਕਸਾਈਜ਼ ਪਲੱਸ ਸਰਵਿਸ ਟੈਕਸ ਠੀਕ ਹੈ ਨਾ ਪਰ ਉਹ ਬਾਈਫਰਕੇਟ ਹੋ ਜਾਏਗਾ ਜਿਹੜਾ ਇੰਟਰਸਟੇਟ ਟੈਕਸ ਹੋ ਜਾਏਗਾ ਸੈਂਟਰਲ GST ਹੋ ਜਾਏਗਾ ਉਹਦੀ ਅਸੈਸਮੈਂਟ ਉਹ ਕਰਨਗੇ ਤੇ ਜਿਹੜੀਆਂ ਲੋਕਲ ਦੀਆਂ ਉਹ ਕਰਨਗੇ ਪਰ ਉਹ 'ਚ ਡਿਫਿਕਲਟੀ ਬੜੀ ਹੋਣੀ ਹੈ ਕਿਉਂਕਿ ਅੱਗੇ GST ਜਿਹੜਾ ਵੈਟ ਦੀ ਲੋਕਲ ਅਸੈਸਮੈਂਟ ਔਨ ਸੈਂਟਰ ਦੀ ਅਸੈਸਮੈਂਟ ਜਿਹੜੀ ਆ ਉਹ ਲੋਕਲ ਡਿਪਾਰਟਮੈਂਟ ਵਾਲੀ ਕਰ ਰਹੀ ਸਟੇਟ ਗਵਰਨਮੈਂਟ ਕਰ ਰਹੀ ਹੈ ਉਹਦੀ ਡਿਫਿਕਲਟੀ ਨੂੰ ਉਹ ਸੋਲਵ ਕਰਨ ਵਾਸਤੇ ਸਰ ਮੈਂ ਇੱਕ ਗੱਲ ਮੇਰੇ ਨਾਲ ਦੋ ਵੱਡੇ ਪੈਨਲਿਸਟ ਟੈਕਸ ਐਕਸਪਰਟ ਬੈਠੇ ਨੇ ਔਰ ਇੱਕ ਸਰਕਾਰ ਦੇ ਨੁਮਾਇੰਦੇ ਵੀ ਬੈਠੇ ਨੇ ਮੈਂ ਕੱਲ ਸਰ ਦੋ ਚੀਜ਼ਾਂ ਅਸੀਂ ਮਿਸ ਕਰ ਰਹੇ ਹਾਂ ਕਰਪਸ਼ਨ ਉੱਥੇ ਘੱਟ ਹੁੰਦੀ ਜਿੱਥੇ ਟੈਕਸਸ ਘੱਟ ਹੁੰਦੇ ਅਮਰੀਕਾ ਪ੍ਰਾਈਮ ਐਗਜ਼ਾਮਪਲ ਹੈ ਇੱਕ ਚੀਜ਼ ਦਾ ਜਵਾਬ ਦੇ ਇਹ ਪੈਨਲ ਤੁਸੀਂ 30% ਸਲੈਬ ਤੇ ਹੋ ਲੈਟਸ ਸੇ ਵਸ਼ਿਸ਼ ਸਾਹਿਬ 10 ਪਰ ਇੱਕ ਸੈਕਿੰਡ ਸਰ ਮੈਨੂੰ ਪਹਿਲਾਂ ਸਵਾਲ ਕਰ ਲੈਣ ਵਾਈ ਨਾਟ ਤੁਸੀਂ 30% ਤੇ ਵਿਜੇਪਾਲ ਜੀ ਹੋ 20 ਤੇ ਮੈਂ 10 ਤੇ ਆ ਠੀਕ ਹੈ ਸਾਡੀ ਇਨਕਮ ਟੈਕਸ ਅਸੀਂ ਆਪਣੀ ਇਨਕਮ ਦੇ ਹਿਸਾਬ ਨਾਲ ਦਿੰਦੇ ਲੈਟਸ ਫੋਰਗੇਟ ਸਟੇਟ ਟੂ ਦਿੰਦੇ ਸੈਂਟਰ ਨੂੰ ਇੱਕ ਮੁੱਦੇ ਦੀ ਗੱਲ ਕਰ ਰਹੇ ਹਾਂ ਇੱਕ ਬੰਦਾ 100 ਰੁਪਏ ਦੀ ਚੀਜ਼ ਲੈਂਦਾ ਸਭ ਨੂੰ ਸੇਮ ਦੇਣਾ ਪੈਂਦਾ ਸਰਕਾਰ ਹਲੇ ਤੱਕ ਇਹ ਮੈਸੇਜ ਨਹੀਂ ਦੇ ਪਾਈ ਹੈ ਥੱਲੇ ਵਾਲੇ ਬੰਦਿਆਂ ਨੂੰ ਕਿ ਅਮੀਰ ਤੋਂ ਲੈ ਕੇ ਗਰੀਬ ਨੇ ਸੇਮ ਕਾਸਟ ਦੇਣੀ ਪ੍ਰੋਡਿਊਸ ਦੀ ਇੱਕ ਥੱਲੇ ਵਾਲੇ ਬੰਦੇ ਤੇ ਕਿਉਂ ਜ਼ਿਆਦਾ ਬਰਡਨ ਪਾਇਆ ਜਾ ਰਿਹਾ ਅਸੀਂ ਮੈਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਿਰਫ ਬਿਜ਼ਨਸਮੈਨ ਚੋਰੀ ਕਰਦਾ ਕਲਾਇੰਟਸ ਚੋਰੀ ਕਰਾਉਂਦੇ ਆ ਉਹ ਬਿੱਲ ਮੰਗਦੇ ਹੀ ਨਹੀਂ ਉਹ ਕਹਿੰਦੇ ਖਾਣਾ ਹੈ ਜਿੱਥੇ ਅਵੋਇਡ ਹੋ ਸਕਦਾ ਕਲਾਇੰਟ ਦੇਣ ਨੂੰ ਤਿਆਰ ਨਹੀਂ ਹੈ ਕਿਉਂਕਿ ਟੈਕਸ ਹਾਈ ਹੈ ਜੇ ਟੈਕਸ 5% ਹੋਏ ਕੰਪਲਾਈਂਸ ਵਧੇਗੀ ਕਸਟਮਰ ਵੀ ਦੇਗਾ ਔਰ ਬਿਜ਼ਨਸਮੈਨ ਵੀ ਜਮਾ ਕਰੇਗਾ ਅੱਜ ਦੀ ਰੇਟ 'ਚ ਇੰਨੀ ਹਿਊਜ ਅੰਡਰ ਇਨਵਾਇਸਿੰਗ ਹੁੰਦੀ ਹੈ ਸਾਰਾ ਦੇਸ਼ ਟਾਟਾ ਸਟੀਲ ਔਰ ਇਹ ਵੱਡੀ ਕੰਪਨੀ ਨਾਲ ਨਹੀਂ ਚੱਲਦਾ 70 to 80% ਇਕਨੋਮੀ ਸਮਾਲ ਸਕੇਲ ਬਿਜ਼ਨਸਮੈਨ ਚਲਾਉਂਦਾ ਹੈ ਤੁਸੀਂ ਉਹਦੀ ਐਕਚੁਅਲ ਵੈਟ ਜੇ ਭਰਨ ਲੱਗ ਜਾਏ ਔਰ ਰੀਅਲ ਚੌਕੀ ਭਰਦਾ ਹੈ ਜ਼ਮੀਨ ਆਸਮਾਨ ਦਾ ਫਰਕ ਹੈ ਉਹ ਡੈਪਰੀਸੀਏਸ਼ਨ ਦਿਖਾ ਕੇ ਮਰਸੀਡੀਜ਼ ਤਾਂ ਚਲਾ ਲੈਂਦਾ ਹੈ ਟੈਕਸ ਦੇ ਨਾਂ ਤੇ 100 ਰੁਪਏ ਪਾਉਂਦਾ ਹੈ ਸਾਰੇ ਬੰਦੇ ਪੁੱਛਦੇ ਤੁਸੀਂ ਸਰਕਾਰ ਟੈਕਸ ਲਈ ਜਾਂਦੀ ਚਾਹੇ ਬੀਜੇਪੀ ਚ ਕਾਂਗਰਸ ਮੈਂ ਇੰਡੀਆ ਦੀ ਗੱਲ ਕਰ ਰਿਹਾ ਤੁਹਾਡੇ ਕਹਿੰਦਾ ਮਤਲਬ ਵੀ ਛੋਟੇ ਤੇ ਬਹੁਤ ਜ਼ਿਆਦਾ ਪਏਗਾ ਸਰ ਇੱਕ ਤੁਸੀਂ ਪ੍ਰੈਕਟੀਕਲ ਗੱਲ ਦੱਸੋ ਨਾ ਹਰੇਕ ਲਈ ਚੀਜ਼ ਤਾਂ 100 ਰੁਪਏ ਦੀ ਹੋ ਗਈ ਇੱਕ ਦੀ ਅਰਨਿੰਗ ਪਾਵਰ ਘੱਟ ਹੈ ਇੱਕ ਦੀ ਅਰਨਿੰਗ ਪਾਵਰ ਜ਼ਿਆਦਾ ਹੈ ਇੰਪੈਕਟ ਨਹੀਂ ਆਂਦਾ ਕਿ ਪੂਰ ਬੰਦੇ ਦੇ ਉੱਤੇ ਔਰ ਟੈਕਸ ਜਿਹੜਾ ਹੈ ਉਹ ਵੱਧ ਗਿਆ ਇਹ ਜਿਹੜੀ ਗੱਲ ਹੈਗੀ ਕਿ 3 ਸਾਲ ਬਾਅਦ ਜਿਹੜੇ ਕਿ ਸਰ ਠੀਕ ਕਹਿ ਰਹੇ ਨੇ ਇੱਕ ਮਤਲਬ ਪੁਰਾਣੀ ਜੇ ਦੂਜੀ ਕੰਟਰੀ ਜਿੱਥੇ ਇੰਪਲੀਮੈਂਟ ਹੋਇਆ ਅਪਰੂਵ ਹੋਇਆ ਬਿਟਵੀਨ 2 to 4 ਇਅਰਸ ਇਹ ਇੰਪੈਕਟ ਆਣਾ ਸ਼ੁਰੂ ਹੋ ਜਾਂਦਾ ਹੈ सर इंपैक्ट इस करके रियल च नहीं आएगा क्योंकि इन्फ्लेशन एडजस्ट हो जाएगी ये प्रैक्टिकली इंपैक्ट बहुत ही घट आएगा दूजी चीज एक फिगर देते जाते हैं 1 to 1.7% साडी जीडीपी ਇਹਦੇ ਨਾਲ ਗਰੋਥ ਹੋਏਗੀ ਅਬਰੋਡਲੀ ਇਹ ਹੋ ਸਕਦਾ ਹੋਵੇ ਕਿਸ ਤਰੀਕੇ ਨਾਲ ਇੰਪਲੀਮੈਂਟ ਹੋਏਗੀ ਜੇ ਅਸੀਂ ਕਰੂਡ ਪੈਟਰੋਲ ਜਿਹੜਾ ਜੋਸ਼ੀ ਸਾਹਿਬ ਕਹਿ ਰਹੇ ਸੀਗੇ ਉਹਦੇ ਸਿਗਰਟ ਵੀ ਹੈਗਾ ਉਹਦੇ ਚ ਐਲਕੋਹਲ ਵੀ ਹੈਗਾ ਉਹ ਹਲੇ ਦੀ ਇਹਦੇ ਚ ਨਹੀਂ ਕਾਊਂਟ ਕੀਤਾ ਗਿਆ ਮੇਬੀ ਗਵਰਨਮੈਂਟ ਇਨ ਟਾਈਮਸ ਟੂ ਕਮ ਇਹਨੂੰ ਐਡ ਕਰ ਦੇਗੀ ਮੇਰਾ ਮੇਨ ਮੁੱਦਾ ਇਹ ਕਿ ਜਦ ਅਸੀਂ ਹਾਈ ਟੈਕਸ ਦੂਜੀ ਗੱਲ ਇੱਕ ਹੋਰ ਕਹਿਣਾ ਚਾਹੁੰਦਾ ਸਟੇਟਸ ਵਾਂਟ ਹਾਇਰ ਟੈਕਸਸ ਇਹ ਉਲਟੀ ਚੀਜ਼ ਹੈਗੀ ਹੈ ਸੈਂਟਰ ਵਾਂਟਸ ਨਾ ਜ਼ਿਆਦਾ ਟੈਕਸ ਲੱਗੇ ਹਨ ਸੋ ਮੇਰੇ ਖਿਆਲ ਨਾਲ ਨੇ ਤੇ 40% ਤੱਕ ਸਲੈਬ ਲਿਆਉਣ ਦੀ ਗੱਲ ਕੀਤੀ ਹੈ ਅਸੀਂ ਸਾਰੇ ਬੈਠੇ ਹਾਂ ਅਸੀਂ ਵੀ ਆਪਣੇ ਦਿਲ ਤੇ ਹੱਥ ਰੱਖ ਕੇ ਕਹੀਏ ਜੇ ਉਹ ਕਹੇ ਕਿ ਸਰ ਬਿਨਾ ਟੈਕਸ ਦੇ ਲੈਣਾ ਔਰ ਟੈਕਸ ਨੇ ਕਿੰਨੇ ਲੋਕੀ ਕਹਿੰਦੇ ਆਪ ਟੈਕਸ ਕਾਟ ਕੇ ਲਓ ਮੈਂ ਕਿਸੇ ਦੇ ਉੱਤੇ ਪਰਸਨਲ ਉਂਗਲੀ ਨਹੀਂ ਉਠਾ ਰਿਹਾ ਕਿ ਤੁਸੀਂ ਸੱਚੇ ਜੇ ਕਿਸੇ ਦਾ ਬਚਦਾ ਹੋਵੇ ਤੇ ਬੰਦਾ ਕੋਸ਼ਿਸ਼ ਕਰਦਾ ਔਰ ਸਰ ਇੱਕ ਚੀਜ਼ ਹੋਰ ਸੋਚੀ ਜਾਵੇ ਇੱਕ ਮੈਂ ਚੀਜ਼ ਮੈਂ ਐਡ ਕਰਦਾ ਛੋਟੀ ਜੀ ਸੌਰੀ ਬਿਜ਼ਨਸਮੈਨ ਕਿਉਂ ਕਤਰਾਂਦਾ ਹੈ ਉਹਨੂੰ ਟੈਕਸ ਕਿਉਂਕਿ ਉਹ ਇਨਕਮ ਉਹਦੀ ਵਾਈਟ ਦੀ ਹੋ ਜਾਂਦੀ ਤੇ ਉਹਨੂੰ ਟੈਕਸ ਸਲੈਬ ਦੇਣਾ ਪਏਗਾ ਸੇ ਇਹ ਦੋਨੋਂ ਇਸ਼ੂਜ਼ ਹੈਗੇ ਤਾਲੀ ਖਾਤੂ ਨਹੀਂ ਵੱਜਦੀ ਸਰਕਾਰ ਇਹ ਚੀਜ਼ ਨੂੰ ਅਪਰੀਸ਼ੀਏਟ ਕਰੇ ਜੇ ਟੈਕਸ ਸਲੈਬਸ ਘਟਾ ਦੇ ਸਿੰਗਾਪੁਰ ਇਜ਼ ਅ ਪ੍ਰੋਗਰੈਸਿਵ ਇਕਨੋਮੀ 20% ਟੈਕਸ ਹੈ ਜੀ ਇਨਡਾਇਰੈਕਟ ਟੈਕਸ ਸ਼ਾਇਦ 5-7% ਜ਼ਿਆਦਾ ਨਹੀਂ ਹੈ ਇਨਡਾਇਰੈਕਟ ਟੈਕਸ ਨੂੰ ਥੋੜਾ ਹੋਰ ਘਟਾਉਣਾ ਪਏਗਾ ਇੱਕ ਬ੍ਰੇਕ ਹੋਰ ਲੈਣਾ ਛੋਟਾ ਜਿਹਾ ਇਹ ਥੋੜਾ ਇੰਪੋਰਟੈਂਟ ਨੁਕਤਾ ਹੈ ਇਸ ਤੇ ਆ ਕੇ ਹੋਰ ਥੋੜੀ ਜੀ ਡਿਸਕਸ਼ਨ ਕਰਾਂਗੇ ਬਹੁਤ ਛੋਟਾ ਜਿਹਾ ਬ੍ਰੇਕ ਜਲਦੀ ਆ ਕੇ ਆਖਰੀ ਸੈਗਮੈਂਟ ਦੇ ਵਿੱਚ ਇਸ ਚਰਚਾ ਨੂੰ ਵਾਈਂਡ ਅਪ ਕਰ
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਅਸੀਂ ਬੜੀ ਇੰਟਰਸਟਿੰਗ ਗੱਲਬਾਤ ਸਾਡੀ GST ਦੇ ਇਸ਼ੂ ਤੇ ਚੱਲ ਰਹੀ ਹੈ, ਕਿਉਂਕਿ ਇਸ ਵੇਲੇ ਤਕਰੀਬਨ ਆਖਰੀ ਮੋੜ ਤੇ ਹੈ, ਜਦੋਂ ਇਸ ਬਾਰੇ ਫੈਸਲਾ ਲੈਣ ਦੇ ਵਿੱਚ ਕੁਝ ਟਾਈਮ ਹੁਣ ਬਚਿਆ ਹੈ। ਸਟੇਟਾਂ ਤੇ ਸੈਂਟਰ ਦੇ ਵਿੱਚ ਸਹਿਮਤੀ ਬਣਾਉਣ ਦੀ, ਆਮ ਸਹਿਮਤੀ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਆਖਰੀ ਦੌਰ ਦੇ ਵਿੱਚ ਹੈ। ਵਿਸ਼ੇਸ਼ ਸਾਹਿਬ ਜਿਹੜੀ ਇਹ ਗੱਲ ਕਰ ਰਹੇ ਨੇ, ਤੁਸੀਂ ਸਮਝਦੇ ਹੋ ਵੀ ਇਹਨਾਂ ਦੀ ਗੱਲ 'ਚ ਵਜ਼ਨ ਹੈਗਾ? ਇਹਨਾਂ ਨੇ 2-3 ਪੁਆਇੰਟ ਚੁੱਕੇ ਸੀਗੇ, ਮੈਂ ਉਹ ਕਲੈਰੀਫਾਈ ਕਰ ਦਵਾਂ। ਇੱਕ ਤਾਂ ਜਿਹੜੇ ਸਮਾਲ ਬਿਜ਼ਨਸਮੈਨ ਨੇ ਉਹਨਾਂ ਵਾਸਤੇ ਤਾਂ GST ਦੇ ਵਿੱਚ ਸਮਾਲ ਬਿਜ਼ਨਸ ਵਾਸਤੇ ਇੱਕ ਬਿਲਕੁਲ ਆਲ ਟੂਗੇਦਰ ਸਪੈਸ਼ਲ ਸਕੀਮ ਆ ਰਹੀ ਹੈ, ਜਿਹਨੂੰ ਕੰਪੋਜੀਸ਼ਨ ਸਕੀਮ ਕਹਿੰਦੇ ਨੇ। 20 ਲੱਖ ਤੋਂ ਲੈ ਕੇ 50 ਲੱਖ ਤੱਕ ਜਿਹੜੇ ਡੀਲਰ ਨੇ ਉਹਨਾਂ ਵਾਸਤੇ ਬਸ 1 ਜਾਂ 2% ਟੈਕਸ ਹੋਏਗਾ, ਤੇ ਇਸ ਕਰਕੇ ਉਹ ਨਿਸ਼ਚਿੰਤ ਰਹੋ, ਸਮਾਲ ਡੀਲਰਸ ਵਾਸਤੇ ਕੁਝ ਨਹੀਂ ਹੈਗਾ। ਦੂਜੀ ਗੱਲ ਇਹਨਾਂ ਨੇ ਕਿਹਾ USA ਦੀ ਗੱਲ ਛੇੜੀ। USA ਦੇ ਵਿੱਚ ਅੱਜ ਦੀ ਡੇਟ ਵਿੱਚ GST ਨਹੀਂ ਹੈਗਾ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਮੈਂ ਲੋ ਟੈਕਸਸ ਦੀ ਗੱਲ ਕੀਤੀ 160 ਕੰਟਰੀ ਹੈਗੇ ਨੇ, ਪਰ USA ਉਹਦੇ ਚ ਨਹੀਂ ਹੈਗਾ। ਮੈਂ ਲੋ ਟੈਕਸਸ ਦੀ ਗੱਲ ਤੀਸਰੀ ਗੱਲ ਕੈਨੇਡਾ ਵੀ ਨਹੀਂ ਹੈਗਾ। ਤੀਸਰੀ ਗੱਲ ਇਹਨਾਂ ਨੇ ਪੁਆਇੰਟ ਉਠਾਇਆ ਕਿ ਲੋਕ ਕਹਿੰਦੇ ਬਿਨਾ ਬਿੱਲ ਤੋਂ ਖਰੀਦ ਲਓ। GST ਦੇ ਵਿੱਚ ਇਦਾਂ ਦਾ ਮੈਕੈਨਿਜ਼ਮ ਬਣਾਤਾ, ਇਹ ਪੋਸੀਬਲ ਹੀ ਨਹੀਂ ਹੋ ਸਕਦਾ, ਕਿਉਂਕਿ ਇੱਕ ਇਨਪੁਟ ਟੈਕਸ ਕ੍ਰੈਡਿਟ ਸਿਸਟਮ ਹੈ ਜਿਹੜਾ ਮੈਨੂਫੈਕਚਰਰ ਤੋਂ ਚੱਲ ਪਾਏਗਾ ਸਟੇਜ ਤੋਂ, ਤੇ ਐਂਡ ਤੱਕ ਕੰਜ਼ਿਊਮਰ ਤੱਕ ਚਾਹੇਗਾ। ਕੰਜ਼ਿਊਮਰ ਅਗਲੇ ਸਟੇਜ ਬਾਰੇ ਨੂੰ ਟੈਕਸ ਦਾ ਬੈਨੀਫਿਟ ਤਾਂ ਹੀ ਮਿਲਣਾ ਜੇ ਪਿੱਛੇ ਟੈਕਸ ਜਮਾ ਹੋਇਆ, ਤੇ ਇਹਦੇ ਵਿੱਚ ਇੱਕ ਨਵਾਂ ਸਕੀਮ ਪਾ ਦਿੱਤਾ ਹੈ ਕਿ ਹੁਣ ਟੈਕਸ ਦਾ ਰਿਬੇਟ ਤਾਂ ਤੁਹਾਨੂੰ ਮਿਲੇਗਾ, ਤੁਸੀਂ ਇਨਸ਼ੋਰ ਕਰੋ ਜਿਹਦੇ ਕੋਲ ਤੁਸੀਂ ਚੀਜ਼ ਖਰੀਦੀ ਉਹਨੇ ਟੈਕਸ ਜਮਾ ਕਰਾਤਾ ਗਵਰਨਮੈਂਟ। ਜੇ 18% ਹੈ, ਮੈਂ ਮਾੜਾ ਜਿਹਾ ਸੌਖੇ ਸ਼ਬਦਾਂ 'ਚ ਸਮਝਣਾ ਚਾਹੁੰਦਾ, 18% ਟੈਕਸ ਹੋ ਗਿਆ, ਇਹ ਬਿਲਕੁਲ ਠੀਕ ਹੈ। ਇਹ ਕਿੱਥੋਂ ਲੈ ਕੇ ਕਿੱਥੋਂ ਤੱਕ? ਦੇਖੋ ਅੱਜ ਦੀ ਡੇਟ ਵਿੱਚ ਹੁਣ ਸੈਂਟਰ ਐਕਸਾਈਜ਼ ਕਿੰਨਾ ਚੱਲਦਾ ਪਿਆ, 12.5% ਹੈ। ਵੈਟ ਕਿੰਨਾ 13%, ਕਿੰਨਾ ਹੋ ਗਿਆ ਟੋਟਲ ਮਿਲਾ ਕੇ? 25 25.5 ਹਾਂ। ਤੇ ਜੇ ਹੁਣ ਉਹ 18% ਤੇ 26% ਦੇ ਦਾਇਰੇ 'ਚ ਸਾਰੀਆਂ ਮੈਜੋਰਟੀ ਚੀਜ਼ਾਂ ਆ ਰਹੀਆਂ ਤਾਂ ਠੀਕ ਹੈ, ਕੋਈ ਐਸੀ ਗੱਲ ਨਹੀਂ ਹੈ। ਬੜੀਆਂ ਸਸਤੀਆਂ ਚੀਜ਼ਾਂ 5 ਵਾਲੀਆਂ ਵੀ ਆ ਜਾਂਦੀਆਂ ਨਾ, 5 ਵਾਲੀਆਂ 6% ਵੀ ਹੈ, ਉਹ 6% ਬਹੁਤ ਆਈਟਮ ਬਹੁਤ ਕਮ ਤੇ ਨਹੀਂ 30% ਆਟਾ ਦਾਲਾਂ ਤੇ ਹੀ ਹੈ। ਨਹੀਂ ਕਾਫੀ ਚੀਜ਼ਾਂ ਤੇ ਹੈਗਾ, ਉਹ ਸਾਰੇ ਚਲੋ ਆਟਾ ਦਾਲਾਂ ਤਾਂ ਫਿਰ ਵੀ ਠੀਕ ਹੈ ਸ਼ਰਮਾ ਜੀ, ਨਹੀਂ ਬਹੁਤ ਆਟਾ ਦਾਲਾਂ ਦੇ ਘਰ ਰਿਲੀਫ ਮਿਲੇਗੀ। ਆਟਾ ਦਾਲਾਂ ਕੱਲੀ ਤੇ ਨਾ ਦੁਨੀਆ ਚਲਾਉਂਦੀ। ਨਹੀਂ ਸਾਰੇ 6% ਵੀ ਵਾਲੇ ਲਿਸਟ ਨਹੀਂ ਆ ਜਾਂਦੇ ਹੋ, ਠੀਕ ਹੈ, ਉਹ ਐਸੀ ਗੱਲ ਨਹੀਂ ਹੈ। ਪਰ ਦੇਖੋ ਗੱਲ ਹੈਗਾ ਫਿਸਕਲ ਆਟੋਨਮੀ ਦਾ। ਹੁਣ ਆਪਾਂ ਇਕੱਲੀ ਮੈਂ ਪੰਜਾਬ ਦੀ ਥੋੜੀ ਤੁਹਾਨੂੰ ਡਾਟਾ ਨਾਲ ਐਗਜ਼ਾਮਪਲ ਦਿੰਦਾ ਜੀ। ਅੱਜ ਦੀ ਡੇਟ ਵਿੱਚ ਪੰਜਾਬ ਦੇ ਵਿੱਚ 2.5 ਲੱਖ ਤੋਂ ਉੱਪਰ ਰਜਿਸਟਰਡ ਟੈਕਸ ਪੇਅਰ ਨੇ ਵੈਟ ਦੇ, ਠੀਕ ਹੈ, 2,64,000 ਨੇ, ਠੀਕ ਹੈ। ਤੇ ਹੁਣ ਆਪਣੀ ਜਿਹੜੀ ਲਿਮਿਟ ਹੈਗੀ ਐਗਜ਼ੈਂਪਸ਼ਨ ਦੀ ਉਹ ਹੈਗੀ 5 ਲੱਖ ਪੰਜਾਬ 'ਚ ਵਲੰਟਰੀ ਰਜਿਸਟ੍ਰੇਸ਼ਨ ਦੀ, ਉਹਦਾ 50 ਲੱਖ ਹੈਗੀ ਆ। ਹੁਣ 5 ਲੱਖ ਦੀ ਜਗ੍ਹਾ ਆਪਾਂ ਕਰਨੇ ਜਾ ਰਹੇ ਹਾਂ 20 ਲੱਖ। ਇਸ ਦੇ ਨਾਲ ਹੋਏ ਕੀ ਹੋਏਗਾ, ਸਾਡੇ ਜਿਹੜੇ ਟੈਕਸ ਰਜਿਸਟਰਡ ਡੀਲਰਸ ਨੇ 1.5 ਲੱਖ ਰਹਿ ਜਾਣਗੇ। ਫਿਰ ਆਪਾਂ ਕਹਿ ਰਹੇ ਹਾਂ CST ਹੁਣ ਸੈਂਟਰ ਦੀ ਚੇਂਜ ਕਰੇਗਾ, ਉਹ ਨਾਲ 50,000 ਟੋਟਲ 41,000 ਡੀਲਰਸ ਰਹਿ ਜਾਂਦੇ ਨੇ ਪੰਜਾਬ ਕੋਲ, ਜਿਹੜੇ ਹੁਣ 2,64,000 ਨੇ। ਇਫੈਕਟ ਹੈ ਤੇ 1.5 ਕਰੋੜ ਦੀ ਜਿਹੜੀ ਆਪਾਂ ਕਿਹਾ ਕਿ ਸਟੇਟ ਦੇ 1.5 ਕਰੋੜ ਤੋਂ ਥੱਲੇ ਕਰੇਗਾ, 1.5 ਕਰੋੜ ਤੋਂ ਉੱਪਰ ਸਟੇਟ ਔਰ ਸੈਂਟਰ ਦੋਨੋਂ ਕਰਨਗੀਆਂ। ਤੇ ਇਹ 2,64,000 ਦੇ ਵਿੱਚੋਂ 41,000 ਡੀਲਰ ਆਪਣੇ ਪੰਜਾਬ ਦੇ ਵਿੱਚ ਉਹ ਨੇ ਜਿਨ੍ਹਾਂ ਦੀ ਟਰਨਓਵਰ 1.5 ਕਰੋੜ ਤੋਂ ਉੱਪਰ ਹੈ। तो ये 1.5 ਇਹਨਾਂ ਦੀ ਟਰਨਓਵਰ ਮੁਕੇ ਸਾਰੇ ਡੀਲਰ ਚਲੇ ਗਏ ਸੈਂਟਰ ਕੋਲ, ਤੇ ਇਹੀ ਡੀਲਰ ਨੇ ਜਿਨ੍ਹਾਂ ਕੋਲ 90% ਰੈਵਨਿਊ ਸਾਡਾ ਇਹਨਾਂ ਡੀਲਰਾਂ ਕੋਲੋਂ ਆ ਰਿਹਾ ਪੰਜਾਬ ਦਾ। ਅੱਜ ਦੀ ਡੇਟ ਵਿੱਚ 17,000 ਕਰੋੜ ਅਸੀਂ ਇਕੱਠਾ ਕਰਦੇ ਹਾਂ। ਇਹ 17,000 ਕਰੋੜ ਦੇ ਵਿੱਚ ਜੇ ਅਸੀਂ ਟੈਕਸ ਐਡਮਿਨਿਸਟ੍ਰੇਸ਼ਨ ਦਾ ਇਹੀ ਮੋਡਲ ਰੱਖਿਆ ਤਾਂ 90% ਸਾਰੇ ਇਹਨਾਂ ਦਾ ਬੇਸ ਚਲਾ ਜਾਣਾ ਸੈਂਟਰ ਕੋਲ। ਨੈਚੁਰਲੀ ਪੰਜਾਬ ਨੂੰ ਇਹਦੇ ਚ ਨੁਕਸਾਨ ਹੈ। 10% ਬਚ ਗਿਆ 17,000 ਕਰੋੜ ਦਾ ਬਸ ਪੰਜਾਬ ਦੇ ਅਫਸਰਾਂ ਕੋਲ ਜਿਹੜਾ ਕੰਟਰੋਲ ਕਰਦੇ ਨੇ। ਤੇ ਇਸ ਕਰਕੇ ਮੇਨ ਮੁੱਦਾ ਇਹ ਸੈਂਟਰ ਤੋਂ ਤੇ ਮਿਲੇਗਾ ਨਾ, ਐਂ ਤਾਂ ਨਹੀਂ ਕਿ ਉਹ ਮਿਲਣਾ ਨਹੀਂ। GST ਦਾ ਮਤਲਬ ਹੀ ਤਾਦੀ ਬਣਾਇਆ ਤੁਸੀਂ ਪੰਜਾਬ ਐਂਗਲ ਨਾ ਸੋਚੋ, ਤੁਸੀਂ ਔਨ ਦੀ ਹੋਲ ਸੈਂਟਰ ਗਵਰਨਮੈਂਟ। ਚਲੋ ਆਪਾਂ ਤੇ ਸੈਂਟਰ ਕੋਲ ਸਟੇਟ ਕੰਸਰਨ ਦੀ ਗੱਲ ਕਰ ਰਹੇ ਹਾਂ। ਸੈਂਟਰ ਦੀ ਗੱਲ ਮੈਂ ਇਹ ਕਰਦਾ, ਆਪਾਂ ਗੱਲ ਕੀਤੀ ਕਿ 1.5 ਕਰੋੜ ਤੋਂ ਥੱਲੇ ਡੀਲਰ ਸਟੇਟ ਕੋਲ ਹੋਣਗੇ। ਸੈਂਟਰ ਨੇ ਕਿਹਾ ਬਈ 11 ਲੱਖ ਡੀਲਰ ਇੰਡੀਆ ਦੇ ਵਿੱਚ ਐਸੇ ਨੇ ਜੇ ਸਰਵਿਸ ਟੈਕਸ ਦਿੰਦੇ ਨੇ, ਕਹਿੰਦੇ ਉਹ ਅਸੀਂ ਰੱਖਾਂਗੇ। ਇੱਕ ਪਾਸੇ ਗੁੱਡਸ ਔਰ ਸਰਵਿਸ ਅਸੀਂ ਕਹਿੰਦੇ ਬਦਕਾਰਾ ਨਹੀਂ ਕਰਨਾ, ਉਹ ਸਰਵਿਸ ਦਾ ਉਹ ਕਹਿੰਦੇ ਬਦਕਾਰਾ ਕਰ ਦਿਓ। ਇਸ ਕਰਕੇ ਮੈਂ ਕਹਿ ਰਿਹਾ ਸੈਂਟਰ ਥੋੜਾ ਹੈਵੀ ਹੋਈ ਜਾ ਰਿਹਾ, ਉਹ ਠੀਕ ਨਹੀਂ ਹੈ। ਉਹ ਕਹਿੰਦੇ ਸਰਵਿਸ ਟੈਕਸ ਅਸੀਂ ਖੁਦ ਹੀ ਚਲਾਵਾਂਗੇ, ਇਹ ਕੀ ਗੱਲ ਬਣੀ। ਤੇ ਇਸੇ ਕਰਕੇ ਦੇਖੋ ਕੁਝ ਵੈਸਟ ਬੰਗਾਲ ਹੋ ਗਈ ਜਾਂ ਤਾਮਿਲਨਾਡੂ ਹੋ ਗਈ, ਇਹ ਇਹਨਾਂ ਦੇ ਮੁੱਦੇ ਨੇ, ਇਵਨ ਕੇਰਲਾ ਹੋ ਗਈ, ਇਹ ਇਹਨਾਂ ਦੇ ਕੁਝ ਮੁੱਦੇ ਨੇ ਇਦਾਂ ਦੀ ਹੈ ਕਿ ਹੁਣ ਜਿਹੜੀ ਚੀਜ਼ਾਂ ਚੱਲਦੀ ਪਈ ਸੀ ਉਸ ਤੋਂ ਵੀ ਤੁਸੀਂ ਰਿਵਰਸ ਨਾ ਕਰੋ। ਜੀ ਸਵਾਲ ਇਹ ਹੈ ਵੀ ਫਲੈਕਸੀਬਿਲਿਟੀ ਤੇ ਅਪਣਾਉਣੀ ਪੈਣੀ ਹੈ। ਜੇ ਤੁਸੀਂ ਸਮਝਦੇ ਹੋ ਕਿ ਗਵਰਨਮੈਂਟ ਨੇ, ਤੁਸੀਂ ਕਹਿ ਰਹੇ ਸੀ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ, ਸੋ ਫਿਰ ਉਸ ਦੇ ਲਈ ਥੋੜੀ ਜੀ ਫਲੈਕਸੀਬਿਲਿਟੀ ਵੀ ਜ਼ਰੂਰੀ ਹੈ ਜੇ ਸਟੇਟਸ ਨੂੰ ਸਭ ਨੂੰ ਕੌਨਫੀਡੈਂਸ ਚ ਲੈ ਕੇ। ਦੇਖੋ ਫਲੈਕਸੀਬਿਲਿਟੀ ਤਾਂ ਹੈ ਨਾ ਜੀ, ਅੱਜ ਸਾਰੇ ਸਟੇਟ ਜਿਹੜੇ ਨੇ ਉਹਦੇ ਡਿਸੀਜਨ ਮੇਕਿੰਗ ਦੇ ਪਾਰਟਨਰਸ ਨੇ, ਜੋ ਡਿਸੀਜਨ ਅਲਟੀਮੇਟਲੀ ਕਾਉਂਸਲ ਨੇ ਕਰਨਾ ਹੈ ਉਹ ਨਹੀਂ ਆਪਣੇ ਵੱਲੋਂ ਕਰਤਾ, ਭਰੋਸੇ ਨਾਲ ਹੀ ਕੀਤਾ ਹੈ ਨਾ। ਦੂਸਰਾ ਮੈਂ ਇੱਕ ਗੱਲ ਦੇਖੋ, ਇੱਕ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਹੈ,
ਜਿਹੜੀ ਸੈਂਟਰ ਗਵਰਨਮੈਂਟ ਹੈ ਨਾ ਜੀ, ਸੈਂਟਰ ਗਵਰਨਮੈਂਟ ਕੀ ਹੈ? ਸੈਂਟਰ ਗਵਰਨਮੈਂਟ ਇੱਕ ਗਵਰਨਮੈਂਟ ਹੈ ਜਿਹੜੀ ਸਾਰੀ ਸਟੇਟਸ ਨੂੰ ਕੰਟਰੋਲ ਕਰਦੀ ਹੈ, ਠੀਕ ਹੈ ਨਾ, ਪਰ ਉਹਦੇ ਕੋਲ ਲੈਂਡ ਤਾਂ ਕੋਈ ਨਹੀਂ ਨਾ, ਲੈਂਡ ਇਜ਼ ਵਿਦ ਸਟੇਟਸ, ਠੀਕ ਹੈ ਨਾ। ਸੋ ਅਲਟੀਮੇਟਲੀ ਜੋ ਸੈਂਟਰ ਗਵਰਨਮੈਂਟ ਪੈਸਾ ਵੀ ਇਕੱਠਾ ਕਰਦੀ, ਲੱਗਦਾ ਕਿੱਥੇ ਹੈ? ਹਵਾ 'ਚ ਤਾਂ ਲੱਗਦਾ ਨਹੀਂ, ਲੱਗਦਾ ਜ਼ਮੀਨ ਤੇ ਹੈ, ਜ਼ਮੀਨਾਂ ਸਟੇਟਸ ਕੋਲ ਨੇ, ਉੱਥੇ ਜਾ ਕੇ ਪੈਸਾ ਲੱਗਦਾ ਨਾ। ਚਾਹੇ ਅਲੱਗ-ਅਲੱਗ ਸਕੀਮਸ ਨੇ, ਉਹਨੂੰ ਸੈਂਟਰ ਸਕੀਮ ਕਹਿ ਲਓ ਵੀ ਕੇਂਦਰ ਪੈਸਾ ਭੇਜਦਾ, ਲੱਗਦਾ ਤਾਂ ਸਟੇਟਾਂ 'ਚ ਹੀ ਹੈ ਨਾ। ਅਲਟੀਮੇਟਲੀ ਜਿੰਨਾ ਪੈਸਾ ਹੈ, ਚਾਹੇ ਉਹ ਸਟੇਟ ਕੋਲ ਹੈ ਚਾਹੇ ਸੈਂਟਰ ਕੋਲ ਹੈ, ਲੱਗਣਾ ਤਾਂ ਉਹ ਇੰਡੀਆ ਦੇ ਅੰਦਰ ਹੀ ਹੈ, ਔਰ ਲੱਗਣਾ ਸਟੇਟਸ ਹੀ ਹੈ। ਕੋਈ ਬਾਹਰ ਦਾ ਇੰਡੀਆ ਇਸ ਤੋਂ ਬਾਹਰ ਨਹੀਂ ਹੈ, ਸਟੇਟਸ ਹੀ ਸਭ ਐਗਜ਼ਿਸਟ ਕਰਦਾ ਹੈ, ਤਾਂ ਲੱਗਣਾ ਉੱਥੇ ਹੀ ਹੈ, ਜੇ ਕੋਈ ਪ੍ਰੋਟੈਂਸ਼ਨ ਨਹੀਂ। ਇਹ ਹੁਣ ਤੇਰੇ ਮੇਰੇ ਦਾ ਰੌਲਾ ਪੈ ਜਾਂਦਾ, ਗੱਲ ਇਹ ਰੌਲਾ ਤੇਰੇ ਮੇਰੇ ਦਾ। ਦੋ ਗੱਲਾਂ ਹੈ ਦੋ ਗੱਲਾਂ। ਇੱਕ ਗੱਲ ਤਾਂ ਇਹ ਹੈ ਕਿ ਵੀ ਇਕੱਠਾ ਕੌਣ ਕਰੇਗਾ, ਫਰਕ ਕਿੰਨਾ ਹੀ ਹੈ। ਕੋਈ ਗੱਲ ਨਹੀਂ, ਉਹ ਕਰ ਰਹੇ ਨੇ, ਕੰਪਨਸੇਸ਼ਨ ਵੀ ਹੋ ਰਿਹਾ ਹੈ, ਠੀਕ ਹੈ ਨਾ, ਤਾਂ ਹੀ ਉਹਨਾਂ ਨੇ ਤੇਲ ਨੂੰ ਔਰ ਉਹਨੂੰ ਬਾਹਰ ਕੱਢਤਾ। ਦੂਜਾ ਜਿਹੜਾ ਇੱਕ ਹੋਰ ਇਸ਼ੂ ਹੈ ਉਹ ਹੈਗਾ ਅਫਸਰਾਂ ਦਾ। ਹੁਣ ਅਫਸਰਾਂ ਦੇ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਠੀਕ ਹੈ ਨਾ ਜੀ। ਇਹ ਜਿਹੜੇ ਵੈਟ ਜਿਹੜੇ ਐਕਚੁਅਲੀ ਪੰਗਾ ਇੱਥੋਂ ਹੀ ਸ਼ੁਰੂ ਹੋਇਆ। ਜਿਹੜਾ ਬਿਜ਼ਨਸਮੈਨ ਰੋਂਦਾ ਸੀ ਕਿ ਜਿਹੜੇ ਸੀ ਫਾਰਮ ਫਲਾਣੇ ਫਾਰਮ ਭਰਨੇ ਪੈਂਦੇ ਨੇ, ਬਹੁਤ ਪੰਗਾ ਜੀ, ਅਫਸਰ ਤੰਗ ਕਰਦੇ ਨੇ। ਇਹ ਐਕਚੁਅਲੀ ਹੁਣ ਅਫਸਰ ਦਾ ਚਲੋ ਉਹਨਾਂ ਦਾ ਕੰਮ ਖਤਮ ਹੋਇਆ, ਪਰ ਆਮ ਜਨਤਾ ਨੂੰ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਜੇ ਫਾਰਮ ਖਤਮ ਹੋ ਜਾਣ, ਉੱਥੇ ਇੱਕ ਹੀ ਗੱਲ ਹੈ ਬੜੀ ਇੰਪੋਰਟੈਂਟ ਜਿਹੜੀ ਕਿ ਮੈਂ ਦੱਸਣਾ ਚਾਹੁੰਦਾ। ਜਿਹੜੇ ਤੁਸੀਂ ਬੰਬੇ ਤੋਂ ਮਾਲ ਆਇਆ, ਉਹਨਾਂ ਨੇ ਮੇਰਾ ਟੈਕਸ ਕੱਟ ਲਿਆ। ਜਿੰਨਾ ਚਿਰ ਮੈਨੂੰ ਉਹਦਾ ਰਿਬੇਟ ਉਸ ਵੇਲੇ ਮਿਲੇਗਾ ਜਿਸ ਵੇਲੇ ਉਹ ਜਮ੍ਹਾਂ ਕਰਾ ਦੇਣਗੇ। ਮੈਂ ਚੰਡੀਗੜ੍ਹ ਬੈਠਾ ਨਾ, ਮੈਂ 10 ਲੱਖ ਰੁਪਇਆ ਜਾਂ 50 ਲੱਖ ਰੁਪਇਆ ਜਾਂ 5 ਲੱਖ ਰੁਪਇਆ ਉਹਨੂੰ ਭੇਜ ਦਿੱਤਾ, ਮੈਂ ਤੇ ਪੈਸੇ ਉਹਨੂੰ ਪੂਰੇ ਦੇਤੇ। ਜੇ ਉਹਨੇ ਟੈਕਸ ਜਮ੍ਹਾਂ ਨਹੀਂ ਕਰਾਇਆ, ਮੈਨੂੰ ਬੈਨੀਫਿਟ ਨਹੀਂ ਮਿਲ ਸਕਦਾ। ਮੈਂ ਬੜੀ ਦੁਨੀਆ ਬਰਬਾਦ ਹੋ ਰਹੀ ਹੈ। ਇਹਦੇ ਕੋਈ ਨਵਾਂ ਫਾਰਮੂਲਾ ਗਵਰਨਮੈਂਟ ਨੂੰ ਕਰਨਾ ਚਾਹੀਦਾ ਵੀ ਮੇਰਾ ਕੀ ਕਸੂਰ ਹੈ। ਮੈਂ ਤਾਂ ਪੈਸੇ ਦੇਤੇ, ਜਿੱਦਾਂ ਇਨਕਮ ਟੈਕਸ ਹੈ, ਇਨਕਮ ਟੈਕਸ ਠੇਕੇਦਾਰ ਨੇ ਟੈਕਸ ਕੱਟਿਆ, ਬਿਲਡਰ ਨੇ ਨਹੀਂ ਜਮ੍ਹਾਂ ਕਰਾਇਆ ਤੇ ਮੈਨੂੰ ਰਿਬੇਟ ਨਹੀਂ ਮਿਲ ਰਿਹਾ। ਉਹ ਸਾਡੇ 26 ਈਅਰਸ ਆ ਫਾਰਮ ਔਰ ਕੰਪਿਊਟਰ ਜਾਂਦਾ, ਜਿਹੜੀ ਉਹਦੇ 'ਚ ਫਿਗਰ ਆਉਂਦੀ ਹੈ, ਫਿਰ ਮੈਨੂੰ ਰਿਬੇਟ ਮਿਲਦਾ, ਨਹੀਂ ਮਿਲਦਾ। ਇੱਦਾਂ ਹੀ ਇਹ ਜਿਹੜੀ ਚੀਜ਼ ਹੈ ਬਹੁਤ ਵੱਡੀ ਚੀਜ਼ ਹੈ, ਜਿਸ 'ਚ ਇੰਡੀਆ 'ਚ ਸਾਰੇ ਬਿਜ਼ਨਸਮੈਨ ਨੂੰ ਬੜਾ ਵੱਡਾ ਨੁਕਸਾਨ ਹੈ। ਠੀਕ ਹੈ, ਜੇ ਤੁਸੀਂ ਕਰ ਸੁਧਾਰ ਦੀ ਗੱਲ ਕਰਦੇ ਹੋ ਤਾਂ ਫਿਰ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਇੰਪਲੀਮੈਂਟ ਕਰਨਾ ਵਿਜੇਪਾਲ ਜ਼ਰੂਰੀ ਜੀ, ਹੈ। ਮੈਂ ਆਪਾਂ ਬਸ ਵਾਈਂਡ ਅਪ ਕਰਨਾ ਹੈ, ਆਪਣੇ 1-2 ਮਿੰਟ। ਸਿੰਪਲ ਚੀਜ਼ ਪੁੱਛਦਾ, 100 ਦਾ 5% ਸਰ ਕਿੰਨਾ ਹੁੰਦਾ? 5 ਰੁਪਏ। ਇੰਡੀਆ 'ਚ ਕਿਦਾਂ ਪ੍ਰੈਜ਼ੈਂਟ ਕੀਤਾ ਜਾਂਦਾ, ਤੁਹਾਨੂੰ ਦੱਸਣਾ ਚਾਹੁੰਦਾ। ਜਾਂ 10%, 100 ਦਾ 10% 10 ਰੁਪਏ ਹੁੰਦਾ। ਇੰਡੀਆ 'ਚ ਕਿਹਾ ਜਾਏਗਾ ਯੋਰ ਟੈਕਸ ਇਜ਼ 20%, ਯੂ ਗੈਟ ਅ ਰਿਬੇਟ ਆਫ 15% ਐਂਡ 100% ਔਨ ਦੈਟ। ਸਾਡੇ ਇੰਡੀਆ ਦੇ ਵਿੱਚ ਇੰਨੀ ਚੀਜ਼ ਕੰਪਲੈਕਸ ਕਰ ਦਿੱਤੀ ਜਾਂਦੀ ਹੈ। ਮੈਂ ਕਹਿ ਰਿਹਾ ਅਸੀਂ ਜਿੰਨੇ ਮਰਜ਼ੀ ਡਿਬੇਟ ਕਰ ਲਈਏ, ਆਮ ਬੰਦਾ ਜਿਹੜਾ ਬਿਸਕਿਟ ਤੋਂ ਤੁਸੀਂ ਇਹ ਸਮਝਦੇ ਹੋ ਵੀ GST ਨਾਲ ਕੁਝ ਰਿਲੀਫ ਮਿਲੇਗਾ? ਇਹ ਜਿਹੜੀਆਂ ਕੰਪਲਿਕੇਸ਼ਨਸ ਨੇ ਉਹਨਾਂ ਦਾ ਫਾਇਦਾ ਹੈ। 2 ਤੋਂ 3 ਸਾਲ ਇਫੈਕਟ ਹੋਣ ਨੂੰ ਲੱਗਣਗੇ ਜੇ ਸਹੀ ਤਰੀਕੇ ਨਾਲ ਇੰਪਲੀਮੈਂਟ ਹੋਇਆ। ਔਰ ਮੋਦੀ ਸਰਕਾਰ ਨੂੰ 2018 60 ਸਾਲਾਂ ਦੇ ਵਿੱਚ ਬਾਅਦ ਹੁਣ ਆ ਕੇ ਮੌਕਾ ਮਿਲਿਆ, 3 ਸਾਲ ਹੋਰ ਸਹੀ। ਇੱਕ ਚੀਜ਼ ਅਸੀਂ ਬਿਲਕੁਲ ਨਾ ਭੁੱਲੀਏ, ਮੋਦੀ ਸਾਹਿਬ ਨੇ ਇੱਕ ਗੱਲ ਕਹੀ ਸੀ, ਲਾਸਟ ਈਅਰ ਨੂੰ ਇਲੈਕਸ਼ਨ ਈਅਰ ਬਣਾ ਦਾਂਗੇ, 4 ਸਾਲ ਪ੍ਰਗਤੀ ਕਰਾਂਗੇ। 2017 ਲੈਟ ਅਸ ਸੇ ਗॉड ਇਜ਼ ਔਨ ਆਰ ਸਾਈਡ, ਅਸੀਂ 2017 ਅਪ੍ਰੈਲ ਚ ਇੰਪਲੀਮੈਂਟ ਕਰ ਦਿੰਨੇ ਆ ਸਰ। 1 ਸਾਲ 18 ਤੋਂ ਲੈ ਕੇ 19 ਸਾਲ ਮੋਦੀ ਸਾਹਿਬ ਨੇ ਆਖਿਆ ਨਾ ਸਾਨੂੰ ਤਾਂ ਕੁਝ ਕਰਨਾ ਪਏਗਾ, ਇਲੈਕਸ਼ਨ ਆ ਰਹੇ ਨੇ। ਔਰ ਉਹ ਇਲੈਕਸ਼ਨ ਜਿਹੜੀ ਹੋਏਗੀ ਪ੍ਰੈਸਟੀਜ ਦੀ ਇਲੈਕਸ਼ਨ ਹੋਏਗੀ ਜੀ 2024। ਜੇ ਚੰਗੇ ਕਰਨਗੇ ਮੇਰਾ ਸਮਝੋ ਤੇ ਉਹਦੇ ਚ ਫਾਇਦਾ ਹੋ ਜਾਊਗਾ, ਤੇ ਮਾੜਾ ਕਰਨਗੇ ਤੇ ਨੁਕਸਾਨ ਹੋਏਗਾ। ਇਹ ਨੈਚੁਰਲ ਹੈ, ਇੱਕ ਨੈਚੁਰਲ ਫੀਨੋਮੀਨਾ ਸਰ। ਪੁਆਇੰਟ ਲਾਰਜਲੀ ਇਹ ਹੈ, ਉਹ 1 ਸਾਲ ਤੱਕ GST ਖਿੱਚ ਜਾਏਗਾ, 18 ਦੇ ਬਾਅਦ GST ਕਿਸ ਰੂਪ ਚ ਰਹਿ ਜਾਏਗਾ ਇਹ ਟਾਈਮ ਦੱਸ ਚਲੋ ਪਾਏਗਾ। ਤੇ ਉਦੋਂ ਹੀ ਦੇਖੀ ਜਾਏਗੀ। ਆਖਿਰ ਲੈਟਸ ਹੋਪ ਫॉर द बेस्ट, ਲੈਟਸ ਹੋਪ ਫॉर द ਦੇਖੋ, बेस्ट। ਇੱਕ ਤਾਂ ਆਮ ਆਦਮੀ ਦੀ ਗੱਲ ਕਰੀਏ, ਟੈਕਸ ਪੇਅਰ ਦੀ ਗੱਲ ਕਰੀਏ, ਇਹ ਨਾ ਭਾਵੇਂ ਸੋਚ ਕੇ ਬੈਠੇ ਬੜਾ ਆਰਾਮ ਹੋ ਜਾਏਗਾ, ਉਹਦਾ ਈਜ਼ ਆਫ ਡੂਇੰਗ ਬਿਜ਼ਨਸ ਨਹੀਂ ਹੋ ਰਿਹਾ। ਅੱਜ ਵੈਟ ਦੇ ਵਿੱਚ ਕੁਆਟਰਲੀ ਰਿਟਰਨ ਹੈ, GST ਵਿੱਚ ਮੰਥਲੀ ਰਿਟਰਨ ਸ਼ੁਰੂ ਕਰਨ ਜਾ ਰਹੇ ਨੇ। ਉਹ ਵੀ 3 ਰਿਟਰਨ ਮੰਥਲੀ ਹੈ। 36 ਰਿਟਰਨਾਂ ਤੁਹਾਨੂੰ 1 ਸਾਲ ਚ ਭਰਨੀਆਂ ਪੈਣੀਆਂ, ਤੇ ਇੰਨਾ ਵਧੀਆ ਨਹੀਂ ਆਰਾਮ ਹੋਇਆ। ਪਰ ਆਪਣੀ ਇਹ ਗੱਲ ਹੈ, ਦੇਖੋ ਆਪਣੀ ਜਿਹੜੀ ਕੰਟਰੀ ਹੈਗੀ ਡਿਵੈਲਪਿੰਗ ਕੰਟਰੀ, ਦੂਜੀਆਂ ਕੰਟਰੀਆਂ ਜਿਨ੍ਹਾਂ ਦੀ ਗੱਲ ਕਰਦੇ ਆ ਉਹ ਹੈਗੀਆਂ ਡਿਵੈਲਪ ਕੰਟਰੀਆਂ। ਉੱਥੇ ਕਮ ਸੇ ਕਮ 2/3 ਜਿਹੜਾ ਉਹਨਾਂ ਕੋਲ ਰੈਵਨਿਊ ਆਉਂਦਾ ਉਹ ਡਾਇਰੈਕਟ ਟੈਕਸਿਸ ਤੋਂ ਆਉਂਦਾ। ਹਿੰਦੁਸਤਾਨ ਦੇ ਵਿੱਚ 2/3 ਰੈਵਨਿਊ ਤੋਂ ਜ਼ਿਆਦਾ ਇਨਡਾਇਰੈਕਟ ਟੈਕਸਿਸ। ਗੱਲ ਹੈ ਵਿਜੇਪਾਲ ਜੀ, ਬਿਜ਼ਨਸਮੈਨ ਨੇ ਤਾਂ ਟੈਕਸ ਦੇਣਾ ਹੈ, ਗੱਲ ਹੈ ਲੈਣਾ ਕਿੰਨੇ ਹੈ। ਜੇ ਸਟੇਟ ਨੇ ਲੈ, ਸੈਂਟਰ ਲੈ ਲੈ, ਸੈਂਟਰ ਜਿੰਨਾ ਵੀ ਪੈਸਾ ਇਕੱਠਾ ਕਰੂਗਾ ਲੱਗਣਾ ਤਾਂ ਸਟੇਟਾਂ 'ਚ ਹੀ ਹੈ। ਜਿਹੜੀਆਂ ਟੈਕਨੀਕੈਲਿਟੀਜ਼ ਹੈ ਨਾ, ਇਹਨੂੰ ਥੋੜੇ ਘਟਾਈਆਂ ਨੇ, ਜਿਹੜੀਆਂ ਰਿਟਰਨਾਂ ਨਾ, ਇਹਦਾ ਥੋੜਾ ਸਿਸਟਮ ਹੋਣਾ ਚਾਹੀਦਾ। ਮੇਰੇ ਖਿਆਲ ਨਾਲ ਸਰ ਕੁਆਟਰਲੀ ਆਮ ਬੰਦੇ ਨੂੰ ਇਹ ਸਮਝਣ ਨੂੰ ਟਾਈਮ ਲੱਗੇਗਾ GST ਦਾ ਇਫੈਕਟ ਕੀ ਹੈ। ਸਾਡੀ ਸਰਕਾਰ ਨੂੰ ਚਾਹੇ ਇਨਕਮ ਟੈਕਸ ਹੋਏ, ਜਿਹੜੀ CBDT ਔਰ CBIT ਪ੍ਰਪੋਜ਼ ਕੀਤਾ, ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਸ, ਇਹਨਾਂ ਨੂੰ ਸਿੰਪਲ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ। 18% ਸਰ ਜਿਹੜਾ ਬੇਸ ਕਾਮਨ ਸਲੈਬ ਇਹਨਾਂ ਨੇ ਰੱਖਿਆ, ਜੇ ਮੈਂ ਗਲਤ ਨਹੀਂ ਕਹਿ ਰਿਹਾ, ਬਹੁਤ ਹੀ ਜ਼ਿਆਦਾ ਹੈ। ਇਹ 10% ਜ਼ਿਆਦਾ ਨਹੀਂ ਹੋਣਾ ਚਾਹੀਦਾ। ਆਫਟਰ ਆਲ ਸਾਨੂੰ ਹਰ ਤਬਕੇ ਦੇ ਬੰਦੇ ਬਾਰੇ ਸੋਚਣਾ ਪਏਗਾ। ਓਵਰਆਲ ਚੀਜ਼ ਅੱਛੀ ਹੈ, ਔਰ ਸੈਂਟਰਲ ਗਵਰਨਮੈਂਟ ਜੇ 100%
100% ਕੰਟਰੋਲ ਕਰੇ, ਇਹਦੇ ਨਾਲ ਫਿਸਕਲ ਆਟੋਨਮੀ ਕਿਸੇ ਕੇ ਬਾਹਰ ਨਹੀਂ ਜਾਂਦੀ। ਜਿਵੇਂ ਸ਼ਰਮਾ ਸਾਹਿਬ ਨੇ ਆਖਿਆ, ਚਮਨ ਲਾਲ ਜੀ ਨੇ, ਸਟੇਟ ਗਵਰਨਮੈਂਟ ਕੋਈ ਨਾ ਕੋਈ ਤਰੀਕਾ ਕੱਢ ਲੇਗੀ। ਮਮੀ ਜੀ ਪੋਲਿਟਿਕਸ ਵੀ ਤੇ ਉਹਦੇ ਨਾਲ ਜੁੜੀ ਹੋਈ ਹੈ ਨਾ, ਉਹ ਵੈਸੇ ਆਟੋਨਮੀ ਨਾ ਜਾਵੇ, ਪੋਲਿਟੀਕਲ ਇਸ਼ੂ ਕਰਕੇ ਚਲੀ ਜਾਂਦੀ ਹੈ। ਸੋ ਇਸ ਲਈ ਉਹਨਾਂ ਚੀਜ਼ਾਂ ਨੂੰ ਰੱਖਣਾ ਹੀ ਪੈਂਦਾ ਸਾਹਮਣੇ। ਚਲੋ ਅੱਜ ਇਸ ਚਰਚਾ ਨੂੰ ਸਾਨੂੰ ਇੱਥੇ ਵਾਈਂਡ ਅਪ ਕਰਨਾ ਪਏਗਾ। ਸੋ ਸਾਡੀ ਕੋਸ਼ਿਸ਼ ਇਹੀ ਸੀ ਕਿ ਜਦੋਂ ਆਖਰੀ ਦੌਰ ਦੇ ਵਿੱਚ ਹੁਣ GST ਦਾ ਮੁੱਦਾ ਪਹੁੰਚਿਆ ਹੋਇਆ, ਇਸ ਨੂੰ ਥੋੜਾ ਜਿਹਾ ਵਿਸਤਾਰ ਦੇ ਵਿੱਚ ਚਰਚਾ ਕੀਤੀ ਜਾਵੇ ਕਿ ਕਿਹੜੇ ਬਿੰਦੂ ਨੇ ਜਿਨ੍ਹਾਂ ਦੇ ਉੱਪਰ ਹੁਣ ਫੋਕਸ ਕੀਤਾ ਜਾ ਰਿਹਾ, ਔਰ ਅਗਲੇ ਦਿਨਾਂ ਦੇ ਵਿੱਚ ਇਹ ਚੀਜ਼ ਸਾਫ਼ ਸਪਸ਼ਟ ਤੌਰ ਤੇ ਸਾਹਮਣੇ ਆ ਜਾਏਗੀ। ਅੱਜ ਦੀ ਇਸ ਵਿਚਾਰ ਚਰਚਾ ਨੂੰ ਸਾਨੂੰ ਇੱਥੇ ਹੀ ਖਤਮ ਕਰਨਾ ਪਏਗਾ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। PTC ਨਿਊਜ਼ ਤੇ ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।